ਮੈਂ ਤਾਂ ਕਹਿੰਦਾ ਵੀ ਆਰ ਪਾਰ ਦੀ ਲੜਾਈ ਦਾ ਇੱਕੋ ਵਾਰ ਟਾਈਮ ਦੇ ਦਿਓ। ਹੁਣ ਸਾਡੇ ਕੋਲ ਸਾਲ ਹੋ ਗਿਆ ਬੈਠਿਆਂ ਸੰਗਤ ਨੂੰ। ਅਸੀਂ ਤਾਂ ਪ੍ਰੋਗਰਾਮ ਦੇਖੋ ਇਹਨਾਂ ਨੇ ਦੇਣਾ, ਸੰਯੁਕਤ ਮੋਰਚੇ ਨੇ ਦੇਣਾ। ਅਸੀਂ ਤਾਂ ਢਾਲ ਬਣ ਕੇ ਬੈਠੇ ਹਾਂ ਵੀ ਸਾਡੇ ਮੋਰਚੇ 'ਤੇ ਨਾ ਕੋਈ ਆ ਜਾਏ। ਇੱਥੇ ਖੰਘਣ ਨਹੀਂ ਦਿੰਦੇ ਕਿਸੇ ਨੂੰ। ਸਰਕਾਰ ਦਾ ਇੱਕ ਬੰਦਾ ਵੀ ਆ ਕੇ ਜਾਂ ਇੱਥੇ RSS ਦਾ ਬੰਦਾ ਅਸੀਂ ਗੁੰਡਾਗਰਦੀ ਨਹੀਂ ਕਰਨ ਦਿੰਦੇ। ਹੁਣ ਲੋਕ ਇਹੀ ਕਹਿੰਦੇ ਨੇ ਵੀ ਆਰ ਪਾਰ ਦੀ ਲੜਾਈ। ਦੇਖੋ ਇੱਥੇ ਬੈਠਿਆਂ ਨੂੰ ਆਪਣਾ ਕਿੰਨਾ ਚਿਰ ਹੋ ਗਿਆ, ਸਾਲ ਹੋ ਗਿਆ। ਇੱਥੇ 700-800 ਕਿਸਾਨ ਜਿਹੜਾ ਉਹ ਇੱਥੇ ਸ਼ਹੀਦ ਹੋ ਗਿਆ। ਮੈਂ ਕਹਿੰਦਾ ਸਰਕਾਰ ਨੇ ਅੱਜ ਤੱਕ ਉਹਦੀ ਕੋਈ ਗੱਲ ਨਹੀਂ ਕਰੀ, ਅਫਸੋਸ ਨਹੀਂ ਜ਼ਾਹਰ ਕਰਿਆ। ਕਿੱਡੀ ਮਾੜੀ ਗੱਲ ਆ। ਉਹ ਆਪਦੇ ਹੱਕਾਂ ਵਾਸਤੇ ਲੜਦੇ ਨੇ। ਜੇ ਉਹ ਸਿੱਖ ਅੱਜ ਜਾ ਕੇ ਬਾਰਡਰਾਂ 'ਤੇ ਲੜਨ ਤਾਂ ਇਹ ਵੀਰ ਬਹਾਦਰ ਨੇ, ਜੇ ਹੱਕਾਂ ਵਾਸਤੇ ਲੜਨ ਤਾਂ ਇਹ ਅੱਤਵਾਦੀ ਖਾਲਿਸਤਾਨੀ ਵੱਖਵਾਦੀ ਨੇ, ਇਹ ਏਜੰਸੀਆਂ ਦੇ ਬੰਦੇ ਨੇ। ਅਤੇ ਜਾਈਏ ਅਸੀਂ ਕਿੱਥੇ? ਅਤੇ ਅੱਜ ਹੱਕ ਸੱਚ ਦੀ ਆਵਾਜ਼ ਬੁਲੰਦ ਕਰਨ ਵਾਸਤੇ ਜਿਹੜੇ ਇੱਥੇ ਸਾਡੇ ਕਿਸਾਨ ਬੀਬੀਆਂ ਜਾਂ ਕਿਸਾਨ ਵੀਰ ਇੱਥੇ ਚੜ੍ਹਾਈ ਕਰ ਗਏ ਆ, ਉਹ ਕਿਹੜੇ ਖਾਤੇ 'ਚ ਪਾਉਣਗੇ? ਉਹ ਸੰਯੁਕਤ ਮੋਰਚਾ ਆਪਣੇ ਖਾਤੇ 'ਚ ਪਾਊ ਜਾਂ ਸਰਕਾਰ ਕਿਤੇ? ਉਹ ਕਿਸੇ ਪਾਸੇ ਵੀ ਨਹੀਂ। ਇਸ ਕਰਕੇ ਦੇਖੋ ਸਰਕਾਰ ਨੇ ਵੀ ਦਰੜ ਕੇ ਮਾਰਤਾ, ਗੋਲੀਆਂ ਮਾਰ ਕੇ ਤੁਹਾਡੇ ਸਾਹਮਣੇ ਕਿਸਾਨਾਂ ਨੂੰ ਮਾਰਿਆ, ਬੀਬੀਆਂ ਨੂੰ ਵੀ ਕੁਚਲ ਕੇ ਮਾਰਿਆ ਗਿਆ। ਟਿੱਕੀ ਬਾਰਡਰ 'ਤੇ ਤੁਹਾਡੇ ਸਾਹਮਣੇ ਕੁੱਟ ਕੇ ਵੀ ਮਾਰੇ ਗਏ ਕਰਨਾਲ ਦੇ ਵਿੱਚ ਕਿਸਾਨਾਂ ਨੂੰ। ਅਤੇ ਇਹ ਤਾਂ ਦੇਖੋ ਮਰਨਾ ਤਾਂ ਇੱਕ ਦਿਨ ਹੈਗਾ ਹੀ ਆ। ਕੁਰਬਾਨੀ ਤਾਂ ਕਰਨੀ ਪਊ। ਜੇ ਅਸੀਂ ਜਿੱਤਣਾ, ਜੇ ਅਸੀਂ ਜੰਗ ਜਿੱਤਣੀ ਆ ਅਤੇ ਕੁਰਬਾਨੀ ਦੇਣੀ ਪਊਗੀ। ਆਰ ਪਾਰ ਦੀ ਲੜਾਈ ਤੋਂ ਬਿਨਾਂ ਕੋਈ ਗੱਲ ਨਹੀਂ ਬਣਨੀ। ਜਿਹੜਾ ਕੋਈ ਪ੍ਰੋਗਰਾਮ ਦੇਣਾ ਉਹ ਠੋਸ ਦਿਓ, ਕਿਉਂਕਿ 2-3 ਵਾਰੀ ਕਿਸਾਨ ਮੋਰਚੇ ਨੇ ਜਿਹੜਾ ਪ੍ਰੋਗਰਾਮ ਦਿੱਤਾ ਉਹ ਪਿਛਾਂ ਉਹਨਾਂ ਨੇ ਪੈਰ ਖਿੱਚ ਲਿਆ। ਜਿਹੜੀ ਸੰਗਤ ਆ ਉਹਨਾਂ ਦਾ ਜਿਹੜਾ ਭਰੋਸਾ ਗਵਾ ਲਿਆ ਵੀ ਇਹ ਕਹਿ ਦਿੰਦੇ ਨੇ ਮੁੜ ਕੇ ਕਰਦੇ ਹੈ ਨਹੀਂ, ਹਿੱਲ ਜਾ। ਇਹ ਹਿੱਲਣਾ ਨਹੀਂ। ਠੋਸ ਪ੍ਰੋਗਰਾਮ ਦਿਓ। ਮੋਦੀ ਸਰਕਾਰ ਇਹ ਪ੍ਰੋਗਰਾਮ ਦੇ ਨਾਲ ਨਹੀਂ ਮੰਨਦੀ। ਮੈਂ ਹੱਥ ਬੰਨ੍ਹ ਕੇ ਬੇਨਤੀ ਕਰਦਾ ਸੰਯੁਕਤ ਮੋਰਚੇ ਨੂੰ ਵੀ ਤੁਸੀਂ ਸਾਲ ਚਲਾਇਆ, ਸਾਨੂੰ 1 ਮਹੀਨਾ ਚਲਾ ਲੈਣ ਦੇ ਮੋਰਚਾ, ਜਿੱਤ ਕੇ ਦੇਵਾਂਗੇ ਤੁਹਾਨੂੰ। ਬਹੁਤ ਵੱਡੀ ਗੱਲ ਬਾਬਾ ਜੀ ਤੁਸੀਂ ਕਹਿ ਦਿੱਤੀ ਵੀ 1 ਮਹੀਨੇ ਦਾ ਸਮਾਂ ਸਾਨੂੰ ਦੇ ਦਿਓ ਨਿਹੰਗ ਸਿੰਘ ਜਥੇਬੰਦੀਆਂ ਨੂੰ, ਵੀ ਅਸੀਂ ਤੁਹਾਨੂੰ ਦੱਸਦੇ ਹਾਂ ਵੀ ਕਿਵੇਂ ਕਿਸਾਨੀ ਅੰਦੋਲਨ ਜਿਹੜਾ ਜਿੱਤਿਆ ਜਾ ਸਕਦਾ ਹੈ। ਗੁਰੂ ਨੇ ਜਿੱਤਣਾ ਅਤੇ ਦ੍ਰਿੜ ਇਰਾਦੇ ਨਾਲ ਜਿੱਤਿਆ ਜਾਊ, ਵਿਸ਼ਵਾਸ ਦੇ ਨਾਲ ਜਿੱਤਿਆ ਜਾਊ। ਜਿਹੜਾ ਪ੍ਰੋਗਰਾਮ ਦੇ ਤਾਂ ਹਿਲਦੇ ਨਹੀਂ, ਚਾਹੇ ਕੁਰਬਾਨੀ ਹੋ ਜੇ, ਮੋਰਚਾ ਜਿੱਤਾਂਗੇ। ਅਸੀਂ ਕਹਿੰਦੇ ਵੀ ਅਸੀਂ ਮੂਹਰੇ ਤੁਰਦੇ, ਅਸੀਂ ਮੂਹਰੇ ਤੁਰਾਂਗੇ ਝੰਡਾ ਚੱਕ ਕੇ। ਲੜਨ ਨੂੰ ਸਾਰੇ ਤਿਆਰ ਨੇ। ਦੇਖੋ ਇੱਥੇ ਪਹਿਲਾਂ ਫੌਜੀ ਵੀਰ ਵੀ ਸਾਡੇ ਆਏ ਜਿਹੜੇ ਰਿਟਾਇਰਮੈਂਟ ਨੇ, ਉਹਨਾਂ ਦੇ ਮੈਨੂੰ ਵੀ ਕਾਫੀ ਫੋਨ ਆਉਂਦੇ ਨੇ ਵੀ ਅਸੀਂ ਤੁਹਾਡੇ ਨਾਲ ਪਹਿਲਾਂ ਮੂਹਰੇ ਝੁੱਕ ਕੇ ਝੰਡੇ ਤੁਰਾਂਗੇ। ਬਿਲਕੁਲ। ਹੁਣ ਜਿਹੜੇ ਭਾਰਤ ਦੇ ਫੌਜੀ ਨੇ, ਰਿਟਾਇਰਮੈਂਟ ਨੇ, ਅਤੇ ਜਦੋਂ ਸਾਡੇ ਨਾਲ ਝੰਡਾ ਮੇਰੇ ਮੂਹਰੇ ਫੌਜੀ ਦੂਜੀ ਗੋਲੀ ਚਲਾ ਦੇਣਗੇ ਉਹਨਾਂ 'ਤੇ, ਉਹ ਕਹਿੰਦੇ ਅਸੀਂ ਮਾਰਾਂਗੇ। ਅਸੀਂ ਕਹਿੰਦੇ ਅਸੀਂ ਮਾਰਾਂਗੇ। ਫੇਰ ਹੀ ਗੱਲ ਬਣਦੀ ਆ ਨਾ, ਇੱਕ ਦੂਜੇ ਤੋਂ ਵੱਧ ਕੇ। ਉਹ ਵੀ ਤਿਆਰ ਨੇ, ਉਹ ਵੀ ਕਹਿੰਦੇ ਜਦੋਂ ਮਰਜ਼ੀ ਬੁਲਾ ਲਓ, ਅਸੀਂ ਵੀ ਤਿਆਰ ਬੈਠੇ ਹਾਂ। ਫਿਰ ਗੱਲ ਕਿਹਦੀ ਘਟਦੀ ਆ? ਜੇ ਇਹਨਾਂ ਨੂੰ ਮਰਨ ਤੋਂ ਡਰ ਲੱਗਦਾ ਸਾਡੇ ਮਗਰਲੇ ਪਾਸੇ ਖੜ੍ਹ ਜਾਣਾ। ਜੇ ਮਰਨ ਤੋਂ ਕਿਸੇ ਆਗੂ ਨੂੰ ਡਰ ਲੱਗਦਾ ਸਾਡੇ ਮਗਰ ਹੋ ਜਾਣਾ, ਅਸੀਂ ਮੂਹਰੇ ਤੁਰਪਾਂਗੇ। ਗੁਰਬਾਣੀ ਅਖੰਡ ਬਾਣੀ ਦੇਖ ਰਹੀਆਂ ਦੇਸ਼ ਵਿਦੇਸ਼ ਦੀਆਂ ਸਾਰੀਆਂ ਸੰਗਤਾਂ ਦਾ ਸਵਾਗਤ ਕੀਤਾ ਜਾਂਦਾ ਹੈ। ਮੈਂ ਹਾਂ ਸੁਖਵੰਤ ਸਿੰਘ ਮਖੂ। ਦਰਸ਼ਕੋ, ਹਰ ਵਾਰ ਕਿਸੇ ਨਵੇਂ ਮੁੱਦੇ ਉੱਪਰ ਤੁਹਾਡੀ ਸੇਵਾ ਵਿੱਚ ਹਾਜ਼ਰ ਹੋਈਦਾ ਅਤੇ ਅਕਸਰ ਹੀ ਤੁਸੀਂ ਗੁਰਬਾਣੀ ਅਖੰਡ ਬਾਣੀ ਚੈਨਲ ਦੇ ਉੱਪਰ ਦਿੱਲੀ ਸਿੰਘੂ ਬਾਰਡਰ ਦੀ ਹਰ ਇੱਕ ਅਪਡੇਟ ਤੁਸੀਂ ਦੇਖ ਚੁੱਕੇ ਹੋ ਕਿ ਬਾਬਾ ਬਖਸ਼ੀਸ਼ ਸਿੰਘ ਜੀ ਨੇ ਵੀ ਆ ਕਰਕੇ ਇੱਥੇ ਬਾਬਾ ਰਾਜਾ ਰਾਜ ਸਿੰਘ ਦੇ ਨਾਲ ਅਨੇਕਾਂ ਇੰਟਰਵਿਊਜ਼ ਕੀਤੀਆਂ। ਪਰ ਅੱਜ ਦੇ ਸਮੇਂ 'ਤੇ ਅਸੀਂ ਦੇਖ ਰਹੇ ਸਾਂ ਅਨੇਕਾਂ ਵੀਰਾਂ ਦੇ ਐਸੇ ਫੋਨ ਆ ਰਹੇ ਸਨ ਵੀ ਇਸ ਅੰਦੋਲਨ ਦਾ ਬਣੇਗਾ ਕੀ, ਕਿਉਂਕਿ ਸਾਲ ਹੋ ਚੁੱਕਾ ਹੈ ਕਿਸਾਨ ਵੀਰਾਂ ਨੂੰ ਬੈਠਿਆਂ ਨੂੰ, ਨਿਹੰਗ ਸਿੰਘ ਜਥੇਬੰਦੀਆਂ ਨੂੰ ਬੈਠਿਆਂ ਨੂੰ, ਅਤੇ ਇੱਥੇ ਕਿਤੇ ਨਾ ਕਿਤੇ ਬਾਗੀ ਸੁਰ ਆਪਸ ਦੇ ਵਿੱਚ ਵੀ ਬਸੁਰੀ ਹੋ ਜਾਂਦੀ ਹੈ। ਅਤੇ ਉੱਥੋਂ ਦੇ ਅੱਜ ਦੇ ਹਾਲਾਤ ਕੀ ਨੇ? ਦਰਸ਼ਕੋ, ਤੁਹਾਡੇ ਉਸ ਹੁਕਮ ਅਨੁਸਾਰ ਅਸੀਂ ਪਹੁੰਚੇ ਹਾਂ ਸਿੰਘੂ ਬਾਰਡਰ ਦੇ ਉੱਪਰ, ਅਤੇ ਸਿੰਘੂ ਬਾਰਡਰ ਦੇ ਉੱਪਰ ਅੱਜ ਦੇ ਤਾਜ਼ਾ ਹਾਲਾਤਾਂ ਦੇ ਉੱਪਰ ਅਸੀਂ ਗੱਲਬਾਤ ਕਰਾਂਗੇ। ਗੱਲਬਾਤ ਕਰਨ ਵਾਸਤੇ ਵਿਸ਼ੇਸ਼ ਤੌਰ 'ਤੇ ਅਸੀਂ ਪਹੁੰਚੇ ਹਾਂ ਬਾਬਾ ਰਾਜਾ ਰਾਜ ਸਿੰਘ ਦੇ ਕੋਲ। ਸਭ ਤੋਂ ਪਹਿਲਾਂ ਦਰਸ਼ਕੋ ਫਤਿਹ ਦੀ ਸਾਂਝ ਪਾ ਕੇ ਤੇ ਆਪਣੀ ਗੱਲ ਨੂੰ ਅਗਾਂਹ ਤੋਰਨ ਦਾ ਯਤਨ ਕਰਦੇ ਹਾਂ। ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ, ਦਰਸ਼ਕ ਜਾਣਨਾ ਚਾਹੁੰਦੇ, ਕਹਿੰਦੇ ਅੱਜ ਦੇ ਹਾਲਾਤ ਕੀ ਹੈ, ਕਿਉਂਕਿ ਤੁਸੀਂ ਇਸ ਮੋਰਚੇ ਦੇ ਵਿੱਚ ਉਹ ਪਿੱਛੇ ਜੀ ਬੇਅਦਬੀ ਦੀ ਜਿਹੜੀ ਮਨਸਾ ਨਾਲ ਇੱਥੇ ਲਖਬੀਰ ਲੱਖਾ ਆਇਆ ਉਰਫ ਟੀਟੂ ਆਇਆ, ਇੱਥੇ ਬੜੇ ਤਰ੍ਹਾਂ ਦੇ ਭਾਣੇ ਜਿਹੜੇ ਆ ਉਹ ਵਾਪਰਦੇ ਆ ਜਾਂ ਸਰਕਾਰ ਵੱਲੋਂ ਵਰਪਾਏ ਜਾਂਦੇ ਆ। ਇਸ ਵਾਸਤੇ ਦਰਸ਼ਕ ਜਾਣਨਾ ਚਾਹੁੰਦੇ ਆ ਵੀ ਅੱਜ ਦੇ ਹਾਲਾਤ ਕੀ ਨੇ, ਇਹ ਕਿਉਂ ਵਾਪਰ ਰਹੇ ਨੇ, ਆਉਣ ਵਾਲੇ ਸਮੇਂ ਅੰਦਰ ਕੀ ਸਾਨੂੰ ਇਨਸਾਫ ਦੀ ਗੁਹਾਰ ਮਿਲੇ? ਦੇਖੋ, ਅੱਜ ਦੇ ਜਿਹੜੇ ਹਾਲਾਤ ਨੇ ਉਹ ਚੜ੍ਹਦੀ ਕਲਾ ਦੇ ਵਿੱਚ ਆ ਮੋਰਚਾ ਜੀ। ਸੰਗਤ ਤਾਂ ਘੱਟ ਆ, ਕਿਉਂਕਿ ਸੰਗਤ ਦਾ ਹੁਣ ਕੰਮ ਦੇ ਜ਼ੋਰ ਆ। ਝੋਨੇ ਦੀ ਕਟਾਈ ਵੀ ਚੱਲ ਰਹੀ ਆ, ਕਣਕ ਦੀ ਬਿਜਾਈ ਚੱਲ ਰਹੀ ਆ, ਆਲੂਆਂ ਦੀ ਵੀ ਬਿਜਾਈ ਚੱਲ ਰਹੀ ਆ ਜੀ।
ਕੰਮ ਵੀ ਜ਼ੋਰਾਂ ਤੇ ਆ, ਪਰ ਫਿਰ ਵੀ ਸੰਗਤ ਚੜ੍ਹਦੀ ਕਲਾ ਦੇ ਵਿੱਚ ਆ। ਇੱਥੇ ਬੈਠਿਆਂ ਸੀ ਡੱਟੇ, ਸੰਗਤ ਨੂੰ ਪਹਿਲਾਂ ਵੀ ਅਪੀਲ ਕੀਤੀ ਸੀ ਆਪ ਜੀ ਦੇ ਚੱਲਣ ਰਾਹੀਂ ਵੀ ਆਪਦਾ ਕੰਮ ਕਾਰ ਨਿਬੇੜ ਕੇ ਆਇਓ, ਤੁਸੀਂ ਕੋਈ ਫਿਕਰ ਨਾ ਕਰੋ। ਇੱਥੇ ਖਾਲਸਾ ਫੌਜਾਂ ਬੈਠੀਆਂ ਨੇ, ਪੱਤਾ ਨਹੀਂ ਹਿੱਲਣ ਦਿੰਦੇ ਜਿੰਨੇ ਚਿਰ ਬੈਠੇ ਇੱਥੇ। ਸਰਕਾਰ ਦੀ ਜ਼ਰੂਰਤ ਨਹੀਂ ਵੀ ਕੋਈ ਕਿਸਾਨਾਂ ਕਨੀ ਜਾਏ ਮੋਰਚੇ ਨੂੰ ਹਿਲਾ ਦੂਗਾ। ਤੇ ਇਸ ਕਰਕੇ ਸੰਗਤ ਹੁਣ ਜਿਉਂ-ਜਿਉਂ ਕੰਮ ਨਿਬੜਦਾ ਮੁਕੰਮਲ ਹੁੰਦਾ ਜਾ ਰਿਹਾ ਖੇਤਾਂ ਦੇ ਵਿੱਚੋਂ, ਸੰਗਤ ਬੀਹਰਾਂ ਘੱਤ ਕੇ ਆ ਰਹੀ ਆ। ਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਗੁਰਪੁਰਬ ਆ ਰਿਹਾ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀਆਂ ਦਾ, ਤੁਹਾਡੇ ਚੈਨਲ ਰਾਹੀਂ ਮੈਂ ਸਾਰਿਆਂ ਤੋਂ ਪਹਿਲਾਂ ਤਾਂ ਸਾਰੀ ਗੁਰੂ ਨਾਨਕ ਲੇਵਾ ਸਿੱਖ ਸੰਗਤ ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ ਪੂਰੇ ਦੇਸ਼ ਵਿਦੇਸ਼ ਸੰਗਤਾਂ ਨੂੰ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਸਤਿਗੁਰਾਂ ਦੇ। ਤੇ ਗੁਰੂ ਕਿਰਪਾ ਕਰੇ, ਜਿਸ ਤਰ੍ਹਾਂ ਅਸੀਂ ਗੁਰੂ ਨਾਨਕ ਸਾਹਿਬ ਜੀਆਂ ਦਾ ਗੁਰਪੁਰਬ ਬੜੀ ਧੂਮ ਨਾਲ ਮਨਾ ਰਹੇ ਹਾਂ, ਇਹ ਸਿੰਘੂ ਬਾਰਡਰ 'ਤੇ ਵੀ 20 ਤਰੀਕ ਨੂੰ ਸੰਯੁਕਤ ਮੋਰਚੇ ਦੀ ਜਿਹੜੀ ਕਿਸਾਨ ਮੋਰਚੇ ਦੀ ਸਟੇਜ ਆ ਮੁੱਖ, ਉੱਥੇ ਵੀ ਰਾਗੀ ਢਾਡੀ ਸਿੰਘਾਂ ਨੇ ਬੁਲਾਰਿਆਂ ਨੇ ਆਉਣਾ। ਉੱਥੇ ਵੀ ਐਤਕੀ ਸੰਯੁਕਤ ਮੋਰਚਿਆਂ ਨੇ ਸਾਨੂੰ ਸੱਦਾ ਪੱਤਰ ਦਿੱਤਾ, ਉਹਦੇ ਵਿੱਚ ਅਸੀਂ ਸ਼ਾਮਲ ਹੋਣਾ ਸਾਰੀਆਂ ਨਿਹੰਗ ਸਿੰਘ ਫੌਜਾਂ ਨੇ। ਤੇ ਉਸ ਤੋਂ ਬਾਅਦ 21 ਤਰੀਕ ਨੂੰ ਅਸੀਂ ਸਾਰੀ ਨੌਜਵਾਨ ਜਿਹੜੀ ਕਮੇਟੀ ਬਣੀ ਆ ਸ਼ਹੀਦਾਂ ਦੀ ਤੇ ਸੰਯੁਕਤ ਮੋਰਚੇ ਵੱਲੋਂ, ਸਾਰੀ ਨਿਹੰਗ ਸਿੰਘ ਦਲ ਪੰਥਾਂ ਵੱਲੋਂ ਸਾਰੇ ਅਸੀਂ ਰਲ ਮਿਲ ਕੇ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀਆਂ ਦਾ ਇੱਕ ਨਗਰ ਕੀਰਤਨ ਇੱਥੇ ਸਜਾ ਰਹੇ ਹਾਂ। ਤੇ ਜਿਹਦੇ ਵਿੱਚ ਗੱਤਕੇ ਵਾਲੀਆਂ ਫੌਜਾਂ ਹੋਰ ਸਾਰੇ ਆਉਣਗੇ। ਇੱਥੇ ਨਗਰ ਕੀਰਤਨ ਸਜਾਇਆ ਜਾਣਾ ਵਾ। ਤਕਰੀਬਨ 10-11 ਵਜੇ ਦਾ ਟਾਈਮ ਨਗਰ ਕੀਰਤਨ 21 ਤਰੀਕ ਨੂੰ ਆਉਣ ਐਤਵਾਰ ਨੂੰ। ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਸਾਰੀਆਂ ਸੰਗਤਾਂ ਵੱਧ ਤੋਂ ਵੱਧ ਉਸ ਨਗਰ ਕੀਰਤਨ ਵਿੱਚ ਸ਼ਾਮਲ ਹੋ, ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਦੂਸਰਾ ਦੇਖੋ, ਇਹ ਮੋਰਚੇ ਨੇ ਹੱਲ ਹੋਣਾ ਹੀ ਹੋਣਾ, ਇਹਨੂੰ ਕੋਈ ਰੋਕ ਨਹੀਂ ਸਕਦਾ। ਇਹ ਜਿੱਤੇ ਦੀ ਯਕੀਨੀ ਆ, ਕਿਉਂਕਿ ਇਸ ਮੋਰਚੇ ਦੀ ਆਪ ਅਗਵਾਈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਰ ਰਹੇ ਨੇ। ਕੋਈ ਵਿਸ਼ੇਸ਼ ਵਿਅਕਤੀ ਜਾਂ ਕੋਈ ਵਿਸ਼ੇਸ਼ ਟੀਮ ਇਹਦੀ ਅਗਵਾਈ ਨਹੀਂ ਕਰਦੀ, ਇਹਦੀ ਅਗਵਾਈ ਗੁਰੂ ਪਾਤਸ਼ਾਹ ਮਹਾਰਾਜ ਆਪ ਕਰਦੇ ਨੇ। ਕਿਉਂਕਿ ਸਮੇਂ ਦੇ ਨਾਲ ਸਰਕਾਰਾਂ ਨੇ ਬਹੁਤ, 1 ਸਾਲ 26 ਤਰੀਕ ਨੂੰ ਹੋ ਜਾਣਾ ਵਾ, 1 ਸਾਲ ਦੇ ਵਿੱਚ ਇੱਥੇ ਬਹੁਤ ਉਤਰਾਅ ਚੜ੍ਹਾਅ ਆਏ ਨੇ। ਬਿਲਕੁਲ। ਤੇ ਜਿਹੜੇ ਸਾਡੇ ਕੁਛ ਗਦਾਰੀਆਂ ਵੀ ਕਰ ਰਹੇ ਨੇ, ਉਹ ਜਿਹੜੀਆਂ ਤੁਹਾਨੂੰ ਸਮੇਂ ਇਹ ਮੋਰਚੇ ਨੇ ਸਾਰਿਆਂ ਦੇ ਨਕਾਬ ਚਿਹਰਿਆਂ ਤੋਂ ਲਾਹੇ ਪਏ ਨੇ, ਉਹ ਸਾਰੇ ਸਾਹਮਣੇ ਸਭ ਦੇ ਸੰਗਤਾਂ ਨੂੰ ਸਾਰਾ ਪਤਾ ਵੀ ਕੀ ਹੋ ਰਿਹਾ ਤੇ ਕਿਹੜੇ ਆਗੂ ਕਿੰਨਾ ਕੁ ਕੰਮ ਕਰ ਰਹੇ ਨੇ ਮੋਰਚੇ ਪ੍ਰਤੀ, ਕਿੰਨੇ ਕੁ ਸੁਹਿਰਦ ਨੇ, ਕਿਹੜੀ ਜਥੇਬੰਦੀ ਕਿੰਨੀ ਕੁ ਸੁਹਿਰਦ ਆ, ਜਾਂ ਉਹਨਾਂ ਦੇ ਆਗੂ ਕਿੰਨੇ ਕੁ ਸੁਹਿਰਦ ਨੇ। ਸਾਰਾ ਜਿਹੜਾ ਉਹ ਬਾਇਓਡਾਟਾ ਤੁਹਾਡੇ ਸਾਹਮਣੇ ਆ ਜਾਂਦਾ, ਸੰਗਤਾਂ ਦੇ ਸਾਹਮਣੇ ਆ ਜਾਂਦਾ। ਕਿਉਂ ਹੁਣ ਹਰੇਕ ਕੋਲੇ ਮੋਬਾਈਲ ਆ, ਜਾਣਕਾਰੀ ਹਰ ਪਲ ਦੀ ਜਿਹੜੀ ਹੈ ਉਹ ਸੰਗਤਾਂ ਤੱਕ ਪਹੁੰਚਦੀ ਰਹਿੰਦੀ ਆ। ਤੇ ਗੁਰੂ ਕਿਰਪਾ ਕਰੂਗਾ, ਦੇਖੋ ਉਹ ਵੀ ਦਿਨ ਆਊਗਾ ਜਿਸ ਦਿਨ ਅਸੀਂ ਇਹ ਮੋਰਚਾ ਇੱਥੋਂ ਜਿੱਤ ਕੇ ਪੂਰੀ ਚੜ੍ਹਦੀ ਕਲਾ ਦੇ ਨਾਲ ਜਾਵਾਂਗੇ। ਇਹਦੇ ਵਿੱਚ ਕੋਈ ਰਾਏ ਨਹੀਂ ਹੈਗੀ ਵੀ ਅਸੀਂ ਇਹ ਮੋਰਚਾ ਕੀ ਹੋ ਰਿਹਾ ਜੀ, ਨਹੀਂ। ਇਹ ਮੋਰਚਾ ਸਤਿਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਲਵੀ ਲੱਗਿਆ ਹੋਇਆ। ਉਹ ਦਿਨ ਵੀ ਆਊਗਾ ਜਦੋਂ ਗੁਰੂ ਮਹਾਰਾਜ ਦੀ ਕਿਰਪਾ ਹੋਊਗੀ, ਇਹ ਮੋਰਚਾ ਅਸੀਂ ਜਿੱਤਾਂਗੇ। ਬਿਲਕੁਲ ਬਿਲਕੁਲ ਬਾਬਾ ਜੀ, ਤੁਹਾਡਾ ਜਿਹੜਾ ਵਚਨ ਹੈ ਬਿਲਕੁਲ ਦਰੁਸਤ ਹੈ ਵੀ ਕਹਿੰਦੇ ਨਾ ਕਿਤੇ ਜਿਹੜੇ 2 ਰੂਪ 2 ਢੰਗਾਂ ਦੇ ਨਾਲ ਇਸ ਮੋਰਚੇ ਦੇ ਵਿੱਚ ਚੱਲਦੇ ਸਨ, ਉਹ ਲੋਕਾਂ ਨੂੰ ਉਹਨਾਂ ਦਾ ਪਤਾ ਲੱਗਾ, ਬਿਲਕੁਲ ਲੱਗਾ ਹੈ। ਪਰ ਸਮਾਜ ਦੇ ਲੋਕ, ਸਾਡੇ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਲੋਕ, ਉਹ ਕਿਤੇ ਨਾ ਕਿਤੇ ਬਾਬਾ ਜੀ ਤੁਹਾਡੇ ਤੇ ਫੇਥ ਕਰਦੇ ਆ, ਤੁਹਾਡੇ ਤੇ ਉਹ ਯਕੀਨ ਕਰਦੇ ਆ ਵੀ ਬਾਬਾ ਰਾਜਾ ਰਾਜ ਸਿੰਘ ਜੀ ਉੱਥੇ ਬਹੁਤ ਸਿਆਣਪ ਦੇ ਨਾਲ ਆਪਣਾ ਫਰਜ਼ ਨਿਭਾ ਰਹੇ ਨੇ। ਉਹਨਾਂ ਦੇ ਜਿਹੜੇ ਨਿਹੰਗ ਸਿੰਘ ਨੇ, ਹੋਰ ਵੀ ਜਥੇਬੰਦੀਆਂ ਆਪਣਾ ਫਰਜ਼ ਅਦਾ ਕਰ ਰਹੀਆਂ ਨੇ। ਤੇ ਕਿਤੇ ਨਾ ਕਿਤੇ ਬਾਬਾ ਰਾਜਾ ਰਾਜ ਸਿੰਘ ਦੀ ਆਵਾਜ਼ ਨੂੰ ਵੀ ਦਬਾਉਣ ਦਾ ਯਤਨ ਕੀਤਾ ਜਾ ਰਿਹਾ। ਲੋਕਾਂ ਦਾ ਇਹ ਵੀ ਕਹਿਣਾ ਵੀ ਬਾਬਾ ਰਾਜਾ ਰਾਜ ਸਿੰਘ ਨੂੰ ਸਿੰਘੂ ਬਾਰਡਰ ਦੀ ਸਟੇਜ ਦੇ ਉੱਪਰ ਬੋਲਣ ਨਹੀਂ ਦਿੱਤਾ ਜਾਂਦਾ। ਇਹਦੇ 'ਚ ਕਿੰਨਾ ਕੁ ਸੱਚ ਹੈ, ਇਹ ਵੀ ਤੁਸੀਂ ਜ਼ਰੂਰ ਪੁੱਛਿਆ ਜੇ ਵੀ ਤੁਹਾਨੂੰ ਹੁਣ ਉਸ ਤਰੀਕੇ ਦੇ ਨਾਲ ਸਟੇਜ ਦੇ ਉੱਪਰ ਚੜ੍ਹਾਇਆ ਜਾਂਦਾ ਜਿਸ ਤਰੀਕੇ ਦੇ ਨਾਲ ਜਦੋਂ ਸ਼ੁਰੂਆਤ ਦੇ ਅੰਦਰ ਤੁਸੀਂ ਉੱਥੇ ਅਨਾਉਂਸ ਕਰਦੇ ਰਹੇ ਹੋ। ਦੇਖੋ, ਸਾਨੂੰ ਕਦੇ ਵੀ ਕੋਈ ਦਿੱਕਤ ਨਹੀਂ ਆਈ। ਜਦੋਂ ਇੱਕ ਵਾਰੀ ਆਈ ਸੀ ਉਹ ਤੁਹਾਡੇ ਸਾਰੀਆਂ ਸੰਗਤਾਂ ਦੇ ਸਾਹਮਣੇ। ਦੇਖੋ, ਅਸੀਂ ਸੱਚ ਦੀ ਗੱਲ ਕਰਨੀ ਆ। ਜੇ ਸਾਡਾ ਕੋਈ ਕਿਸਾਨ ਸੰਯੁਕਤ ਮੋਰਚੇ ਦਾ ਆਗੂ ਕੋਈ ਗਲਤ ਚੱਲਦਾ, ਸਾਡਾ ਫਰਜ਼ ਬਣਦਾ ਉਹਨੂੰ ਸਮਝਾਉਣ ਦਾ। ਅਸੀਂ ਕਹਿੰਦੇ ਹਾਂ, ਅਸੀਂ ਹੱਕ ਸੱਚ ਦੀ ਆਵਾਜ਼ ਬੁਲੰਦ ਕਰਦੇ ਰਹਾਂਗੇ। ਸਾਨੂੰ ਕੋਈ ਦਬਾ ਨਹੀਂ ਸਕਦਾ, ਨਾ ਤਾਂ ਸਾਨੂੰ ਕੋਈ ਖਰੀਦ ਸਕਦਾ। ਅਸੀਂ ਖਰੀਦੇ ਗਏ ਹਾਂ ਗੁਰੂ ਨਾਨਕ ਮਹਾਰਾਜ ਦੇ। ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਬੈ ਹੋਏ ਹਾਂ। ਨਾ ਸਰਕਾਰ ਸਾਨੂੰ ਖਰੀਦ ਸਕਦੀ ਹੈ, ਨਾ ਕੋਈ ਸਾਨੂੰ ਹੋਰ ਆਗੂ ਖਰੀਦ ਸਕਦਾ, ਨਾ ਸਾਡੀ ਆਵਾਜ਼ ਨੂੰ ਦੱਬ ਸਕਦਾ। ਇਹ ਆਵਾਜ਼ ਉਦੋਂ ਹੀ ਦੱਬ ਸਕਦੀ ਹੈ ਜਿਸ ਦਿਨ ਸਾਡੇ ਸਰੀਰ ਦੇ ਵਿੱਚੋਂ ਇਹ ਰੂਹ ਨਿਕਲ ਜਾਊਗੀ। ਨਹੀਂ, ਇਹਨੂੰ ਕੋਈ ਆਵਾਜ਼ ਨੂੰ ਦਬਾ ਨਹੀਂ ਸਕਦਾ। ਸੱਚ ਬੋਲਾਂਗੇ, ਹਮੇਸ਼ਾ ਸੱਚ ਦੀ ਗੱਲ ਕਰਾਂਗੇ ਤੇ ਸੱਚ ਦੇ ਪਹਿਰੇ ਤੇ ਖੜ੍ਹੇ ਹਾਂ ਅਸੀਂ। ਇਸ ਕਰਕੇ ਜਦੋਂ ਸਮੇਂ-ਸਮੇਂ 'ਤੇ ਕੋਈ ਗੱਲ ਹੁੰਦੀ ਆ, ਅਸੀਂ ਜਾ ਕੇ ਸਟੇਜ 'ਤੇ ਬੋਲਦੇ ਹਾਂ। ਜਾਂ ਕਈ ਵਾਰੀ ਉਹ ਪਹਿਲਾਂ ਰੌਲਾ ਪੈ ਗਿਆ ਸੀ, ਹੁਣ ਐਸੀ ਕੋਈ ਗੱਲ ਨਹੀਂ। ਸਾਡੀ ਸੰਯੁਕਤ ਮੋਰਚਿਆਂ ਦੇ ਨਾਲ ਜਿਹੜੀ ਨਿਹੰਗ ਸਿੰਘਾਂ ਦੀ ਕਮੇਟੀ ਇੱਕ ਸਾਂਝੀ ਤਾਲਮੇਲ ਬਣ ਗਿਆ। 3 ਉਹਨਾਂ ਦੇ ਬੰਦੇ ਨੇ ਸੰਯੁਕਤ ਮੋਰਚੇ ਵੱਲੋਂ, 3 ਆਪਣੇ ਨਿਹੰਗ ਸਿੰਘ ਵੱਲੋਂ ਦਿੱਤੇ ਗਏ ਨੇ। ਤੇ ਹੁਣ ਸੰਯੁਕਤ ਮੋਰਚੇ ਵੱਲੋਂ ਦੇਖੋ, ਇੱਥੇ ਸਾਲ ਹੋ ਗਿਆ, ਸਾਨੂੰ ਕਦੇ ਸਪੈਸ਼ਲ ਸੱਦਾ ਨਹੀਂ ਆਇਆ
ਵੀ ਤੁਸੀਂ ਸੰਯੁਕਤ ਮੋਰਚੇ ਤੇ ਇੱਥੇ ਪ੍ਰੋਗਰਾਮ ਮਨਾਏ ਗਏ ਨੇ ਪਹਿਲਾਂ। ਐਤਕੀ ਪਹਿਲੀ ਵਾਰੀ ਸਾਨੂੰ ਕੱਲ੍ਹ ਕਾਲ ਆਈ ਆ ਸੰਯੁਕਤ ਮੋਰਚੇ ਵੱਲੋਂ ਵੀ ਤੁਸੀਂ 20 ਤਰੀਕ ਨੂੰ ਜਿਹੜੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀਆਂ ਦਾ ਗੁਰਪੁਰਬ ਅਸੀਂ ਮਨਾਉਣਾ, ਸਾਰਿਆਂ ਨੇ ਆਪਾਂ ਸਾਂਝਾ ਰਲ ਕੇ ਹੱਕ ਵੀ ਬਣਦਾ ਜਦੋਂ ਅਸੀਂ ਇੱਕ ਦੇ ਨਾਲ ਜਿੱਤਿਆ ਜਾਣਾ ਮੋਰਚਾ, ਸਰਕਾਰ ਨੂੰ ਵੀ ਪਤਾ ਲੱਗੇ ਵੀ ਇਹ ਇੱਕ ਨੇ। ਕਿਤੇ ਨਾ ਕਿਤੇ ਬਾਬਾ ਜੀ ਤੁਹਾਡਾ ਬਚਨ ਵਿੱਚ ਹੈ, ਕਿਤੇ ਨਾ ਕਿਤੇ ਐਸਾ ਤਾਂ ਨਹੀਂ ਹੈ ਵੀ ਜਦੋਂ ਤੁਸੀਂ ਸਿੱਖ ਸੰਗਤਾਂ ਨੂੰ, ਜਥੇਬੰਦੀਆਂ ਨੂੰ, ਆਗੂਆਂ ਨੂੰ ਸੱਦਾ ਦਿੱਤਾ ਵੀ ਆਓ ਸਾਨੂੰ ਦੱਸੋ ਵੀ ਸਾਡੀ ਇੱਥੇ ਲੋੜ ਹੈ ਜਾਂ ਨਹੀਂ, ਜੇ ਤੁਸੀਂ ਸੰਗਤ ਕਹਿੰਦੇ ਹੋ ਵੀ ਇੱਥੇ ਤੁਹਾਡੀ ਲੋੜ ਨਹੀਂ, ਵਾਪਸ ਚਲੇ ਜਾਓ ਤੇ ਅਸੀਂ ਚਲੇ ਜਾਾਂਗੇ, ਸਾਰੇ ਵਰਲਡ ਦੇ ਸਿੱਖ ਤੁਹਾਡੀ ਹਮਾਇਤ ਵਿੱਚ ਉਤਰਿਆ, ਤੁਹਾਡੇ ਹੱਕ ਵਿੱਚ ਬੋਲਿਆ ਵੀ ਨਿਹੰਗ ਸਿੰਘਾਂ ਤੋਂ ਬਿਨਾਂ ਇਹ ਮੋਰਚਾ ਜਿੱਤਿਆ ਨਹੀਂ ਜਾ ਸਕਦਾ, ਇਹਨਾਂ ਦੀ ਵੀ ਇੱਥੇ ਲੋੜ ਹੈ। ਕਿਉਂਕਿ ਸਰਕਾਰਾਂ ਵੱਲੋਂ ਤਾਂ ਨਿਹੰਗ ਸਿੰਘ ਬਾਬੇ ਅਮਨ ਵਰਗਿਆਂ ਨੂੰ ਵੀ ਪੈਸੇ ਦੇ ਕੇ ਖਰੀਦਣ ਦਾ ਯਤਨ ਕੀਤਾ ਗਿਆ ਵੀ ਵਾਪਸ ਚਲੇ ਜਾਓ, ਕਿਤੇ ਨਾ ਕਿਤੇ ਨਿਹੰਗ ਸਿੰਘ ਹੀ ਇਹ ਨੀਲਾ ਬਾਣਾ ਹੀ ਸਰਕਾਰਾਂ ਨੂੰ ਚੁੱਭਦਾ ਹੈ, ਤੇ ਕਿਤੇ ਨਾ ਕਿਤੇ ਸੰਗਤਾਂ ਤੁਹਾਡੇ ਹੱਕ ਵਿੱਚ ਬੋਲੀਆਂ, ਤੇ ਇਸੇ ਕਰਕੇ ਨਹੀਂ ਹੈ ਵੀ ਜਥੇਬੰਦੀਆਂ ਦੇ ਆਗੂ, ਮੋਰਚੇ ਦੇ ਆਗੂ ਕਹਿੰਦੇ ਹੁਣ ਵੀ ਹੁਣ ਜਿਹੜੀ ਸੰਗਤ ਦਾ ਭਰਮਾਰ ਹੈ ਉਹ ਮਹਾਂਪੁਰਸ਼ਾਂ ਦੇ ਵੱਲ ਜ਼ਰੂਰੀ ਹੈ, ਸੰਗਤ ਇਹਨਾਂ ਨੂੰ ਚਾਹੁੰਦੀ ਹੈ, ਇਸੇ ਕਰਕੇ ਸੱਦਾ ਦਿੱਤਾ ਗਿਆ ਹੋਵੇ। ਇਹ ਗੱਲ 16 ਨੇ ਸੱਚ ਆ। ਜਦੋਂ ਕਿਸੇ ਦਾ ਭਰਮ ਨਿਕਲ ਜੇ ਨਾ, ਜਿਹੜਾ ਮਨ ਦੇ ਵਿੱਚ ਵਹਿਮ ਸੀ, ਗੁਰੂ ਨੇ ਕੱਢਤਾ, ਸੰਗਤਾਂ ਨੇ ਕੱਢਤਾ। ਉਹ ਬਿਲਕੁਲ ਜੀ, ਸੰਗਤ ਰੱਬ ਰੂਪ ਹੁੰਦੀ ਆ, ਬਿਲਕੁਲ ਸੰਗਤ ਨੇ ਸਾਰੇ ਭੁਲੇਖੇ ਕੱਢਤੇ ਆ। ਤੇ ਇਸ ਕਰਕੇ ਜਿਹੜਾ 20 ਤਰੀਕ ਦਾ ਪ੍ਰੋਗਰਾਮ ਅਸੀਂ ਸੰਯੁਕਤ ਮੋਰਚਾ ਸਟੇਜ ਤੋਂ ਕਰਾਂਗੇ, ਉੱਥੇ ਰਾਗੀ ਢਾਡੀ ਆਉਣਗੇ, ਕਥਾ ਕੀਰਤਨ ਵੀ ਹੋਊਗਾ, ਪ੍ਰਚਾਰ ਵੀ ਹੋਊਗਾ, ਉੱਥੇ ਅਸੀਂ ਜਿਹੜਾ ਨਾਲ ਪੂਰਾ, ਕਿਉਂਕਿ ਜੇ ਅਸੀਂ ਇਕੱਠੇ ਹੋ ਕੇ ਚੱਲਾਂਗੇ ਤਾਂ ਸਖਤ ਜਿਹੜੀ ਸਰਕਾਰ ਆ ਉਹਨੂੰ ਵੀ ਪਤਾ ਲੱਗੂ ਵੀ ਅਸੀਂ ਇਸ ਮੋਰਚੇ ਨੂੰ ਜਾਂ ਖੰਡਾਉਣ ਵਾਸਤੇ ਬਹੁਤ ਕੋਝੀਆਂ ਚਾਲਾਂ ਚੱਲੀਆਂ ਨੇ, ਪਰ ਸਮੇਂ ਦੇ ਨਾਲ ਦੇਖੋ ਘਰ ਦੇ ਵਿੱਚ ਜਦੋਂ ਆਪਾਂ ਰਹਿੰਦੇ ਹਾਂ ਕਈ ਭਰਮ ਭੁਲੇਖੇ ਪੈ ਜਾਂਦੇ ਨੇ। ਬਿਲਕੁਲ, ਜਿਹੜਾ ਕੋਈ ਸਿਆਣਾ ਘਰ ਦਾ ਮੁਖੀਆ ਹੁੰਦਾ ਉਹ ਪਰਿਵਾਰ ਨੂੰ ਇਕੱਠੇ ਕਰ ਦਿੰਦਾ ਹੁੰਦਾ, ਇਕੱਠੇ ਜੇ ਉਹ ਅੱਡੋ ਅੱਡੀ ਹੋ ਜਾਂਦੇ ਫਿਰ ਉਹ ਘਰ ਨਹੀਂ ਚੱਲਦਾ। ਇਸ ਕਰਕੇ ਜਦੋਂ ਏਕੇ ਦੇ ਵਿੱਚ ਆਉਣਾ ਪਤਾ ਲੱਗ ਜਾਂਦਾ ਸਰਕਾਰ ਨੂੰ ਵੀ ਹੁਣ ਅਸੀਂ ਏਕੇ ਦੇ ਵਿੱਚ ਹਾਂ, ਤੇ ਜਿੱਥੇ ਵੀ ਕਿਤੇ ਫਿਰ ਵੀ ਅਸੀਂ ਜੇ ਕੋਈ ਗਲਤ ਚੱਲੂਗਾ, ਕੋਈ ਗਲਤ ਕਦਮ ਉਠਾਉਣਗੇ, ਅਸੀਂ ਉਹਦੇ ਆਵਾਜ਼ ਬੁਲੰਦ ਕਰਾਂਗੇ। ਤੇ ਦੇਖਦੇ ਹਾਂ ਹੁਣ ਇੱਕ ਜਿਹੜਾ ਇਹਨਾਂ ਨੇ ਪ੍ਰੋਗਰਾਮ ਦਿੱਤੇ ਨੇ ਸੰਯੁਕਤ ਮੋਰਚੇ ਵੱਲੋਂ 29 ਤਰੀਕ ਦਾ ਵੀ ਪ੍ਰੋਗਰਾਮ ਦਿੱਤਾ ਗਿਆ ਵਾ, ਜਾਂ ਹੋਰ ਵੀ ਲੀਡਰ ਦੇ ਰਹੇ ਨੇ। ਮੈਂ ਤਾਂ ਕਹਿੰਦਾ ਵੀ ਆਰ ਪਾਰ ਦੀ ਲੜਾਈ ਦਾ ਇੱਕੋ ਵਾਰ ਟਾਈਮ ਦੇ ਦਿਓ। ਹੁਣ ਸਾਡੇ ਕੋਲ ਸਾਲ ਹੋ ਗਿਆ ਬੈਠਿਆਂ ਸੰਗਤ ਨੂੰ, ਅਸੀਂ ਤਾਂ ਪ੍ਰੋਗਰਾਮ ਦੇਖੋ ਇਹਨਾਂ ਨੇ ਦੇਣਾ, ਸੰਯੁਕਤ ਮੋਰਚੇ ਨੇ ਦੇਣਾ। ਅਸੀਂ ਤਾਂ ਢਾਲ ਬਣ ਕੇ ਬੈਠੇ ਹਾਂ ਵੀ ਸਾਡੇ ਮੋਰਚੇ ਤੇ ਨਾ ਕੋਈ ਆ ਜਾਏ, ਇੱਥੇ ਖੰਘਣ ਨਹੀਂ ਦਿੰਦੇ ਕਿਸੇ ਨੂੰ। ਸਰਕਾਰ ਦਾ ਇੱਕ ਬੰਦਾ ਵੀ ਆ ਕੇ ਜਾਂ ਇੱਥੇ RSS ਦਾ ਬੰਦਾ ਅਸੀਂ ਗੁੰਡਾਗਰਦੀ ਨਹੀਂ ਕਰਨ ਦਿੰਦੇ ਵੀ ਸਾਡੀਆਂ ਭੈਣਾਂ ਨੂੰ ਆ ਕੇ ਹੱਥ ਪਾਵੇ ਜਾਂ ਕਿਸੇ ਕਿਸਾਨ ਬਜ਼ੁਰਗ ਨੂੰ ਆ ਕੇ ਕੁੱਟੇ ਮਾਰੇ, ਉਹਦਾ ਨਹੀਂ ਅਸੀਂ ਬਾਰਡਰ ਤੇ ਹੋਣ ਦਿੰਦੇ। ਬਾਕੀ ਪ੍ਰੋਗਰਾਮ ਜਿਹੜਾ ਦੇਣਾ ਉਹ ਸਾਰੇ ਕਿਸਾਨ ਸੰਯੁਕਤ ਮੋਰਚੇ ਦੇ ਲੀਡਰਾਂ ਨੇ ਦੇਣਾ। ਇਹ ਹੁਣ ਲੋਕਾਂ ਦੀ, ਇਹਨਾਂ ਨੂੰ ਜਿਹੜਾ ਸੰਯੁਕਤ ਮੋਰਚੇ ਦੇ ਆਗੂ ਨੇ, ਲੋਕਾਂ ਦੀ ਜਿਹੜੀ ਭਾਵਨਾ, ਜਿਹੜੀ ਲੋਕਾਂ ਦੀ ਰਾਏ ਆ ਉਹ ਜਾਣਨੀ ਚਾਹੀਦੀ ਹੈ ਵੀ ਹੁਣ ਸਾਲ ਹੋ ਗਏ ਇੱਥੇ ਬੈਠਿਆਂ ਨੂੰ, ਹੋਰ ਕੀ ਚਾਹੁੰਦੇ ਨੇ। ਹੁਣ ਲੋਕ ਇਹੀ ਕਹਿੰਦੇ ਨੇ ਵੀ ਆਰ ਪਾਰ ਦੀ ਲੜਾਈ। ਦੇਖੋ ਇੱਥੇ ਬੈਠਿਆਂ ਨੂੰ ਆਪਣਾ ਕਿੰਨਾ ਚਿਰ ਹੋ ਗਿਆ, ਸਾਲ ਹੋ ਗਿਆ, ਇੱਥੇ 700-800 ਕਿਸਾਨ ਜਿਹੜਾ ਉਹ ਇੱਥੇ ਸ਼ਹੀਦ ਹੋ ਗਿਆ। ਮੈਂ ਕਹਿੰਦਾ ਸਰਕਾਰ ਨੇ ਅੱਜ ਤੱਕ ਉਹਦੀ ਕੋਈ ਗੱਲ ਨਹੀਂ ਕਰੀ, ਅਫਸੋਸ ਨਹੀਂ ਜ਼ਾਹਰ ਕਰਿਆ। ਕਿੱਡੀ ਮਾੜੀ ਗੱਲ ਆ। ਉਹ ਆਪਦੇ ਹੱਕਾਂ ਵਾਸਤੇ ਲੜਦੇ ਨੇ। ਜੇ ਉਹ ਸਿੱਖ ਅੱਜ ਜਾ ਕੇ ਬਾਰਡਰਾਂ 'ਤੇ ਲੜਨ ਤਾਂ ਇਹ ਵੀਰ ਬਹਾਦਰ ਨੇ, ਜੇ ਹੱਕਾਂ ਵਾਸਤੇ ਲੜਨ ਤਾਂ ਇਹ ਅੱਤਵਾਦੀ, ਖਾਲਿਸਤਾਨੀ, ਵੱਖਵਾਦੀ ਨੇ, ਇਹ ਏਜੰਸੀਆਂ ਦੇ ਬੰਦੇ ਨੇ। ਤੇ ਜਾਈਏ ਅਸੀਂ ਕਿੱਥੇ? ਤੇ ਅੱਜ ਹੱਕ ਸੱਚ ਦੀ ਆਵਾਜ਼ ਬੁਲੰਦ ਕਰਨ ਵਾਸਤੇ ਜਿਹੜੇ ਇੱਥੇ ਸਾਡੇ ਕਿਸਾਨ ਬੀਬੀਆਂ ਜਾਂ ਕਿਸਾਨ ਵੀਰ ਇੱਥੇ ਚੜ੍ਹਾਈ ਕਰ ਗਏ ਆ, ਉਹ ਕਿਹੜੇ ਖਾਤੇ 'ਚ ਪਾਉਣਗੇ? ਉਹ ਸੰਯੁਕਤ ਮੋਰਚਾ ਆਪਣੇ ਖਾਤੇ 'ਚ ਪਾਊ ਜਾਂ ਸਰਕਾਰ ਕਿਤੇ? ਉਹ ਕਿਸੇ ਪਾਸੇ ਵੀ ਨਹੀਂ। ਇਸ ਕਰਕੇ ਦੇਖੋ ਸਰਕਾਰ ਨੇ ਵੀ ਦਰੜ ਕੇ ਮਾਰਤਾ, ਗੋਲੀਆਂ ਮਾਰ ਕੇ ਤੁਹਾਡੇ ਸਾਹਮਣੇ ਕਿਸਾਨਾਂ ਨੂੰ ਮਾਰਿਆ, ਬੀਬੀਆਂ ਨੂੰ ਵੀ ਕੁਚਲ ਕੇ ਮਾਰਿਆ ਗਿਆ ਟਿਕਰੀ ਬਾਰਡਰ ਤੇ, ਤੁਹਾਡੇ ਸਾਹਮਣੇ ਕੁੱਟ ਕੇ ਵੀ ਮਾਰੇ ਗਏ ਕਰਨਾਲ ਦੇ ਵਿੱਚ ਕਿਸਾਨਾਂ ਨੂੰ। ਤੇ ਇਹ ਤਾਂ ਦੇਖੋ ਮਰਨਾ ਤਾਂ ਇੱਕ ਦਿਨ ਹੈਗਾ ਹੀ ਆ, ਕੁਰਬਾਨੀ ਤਾਂ ਕਰਨੀ ਪਊ। ਜੇ ਅਸੀਂ ਜਿੱਤਣਾ, ਜੇ ਅਸੀਂ ਜੰਗ ਜਿੱਤਣੀ ਆ ਤੇ ਕੁਰਬਾਨੀ ਦੇਣੀ ਪਊਗੀ। ਆਰ ਪਾਰ ਦੀ ਲੜਾਈ ਤੋਂ ਬਿਨਾਂ ਕੋਈ ਗੱਲ ਨਹੀਂ ਬਣਨੀ। ਸਰਕਾਰ ਸਾਨੂੰ ਪੂਰਾ ਹੰਭਲਾ ਇਕੱਠੇ ਹੋ ਕੇ ਸਾਨੂੰ ਦਿੱਲੀ ਜਾਣਾ ਪੈਣਾਗਾ, ਫਿਰ ਅਸੀਂ ਲੜਾਈ ਜਿੱਤਾਂਗੇ। ਤੇ ਗੁਰੂ ਕਿਰਪਾ ਕਰੇ ਉਹ ਦਿਨ ਜ਼ਰੂਰ ਆਊਗਾ ਜਦੋਂ ਅਸੀਂ ਜਿੱਤ ਕੇ ਜਾਵਾਂਗੇ। ਉਹਨਾਂ ਚਿਰ ਹਿਲਦੇ ਨਹੀਂ, ਚਾਹੇ ਕੁਛ ਹੋ ਜੇ। ਅਸੀਂ ਡਟ ਕੇ ਬੈਠੇ ਹਾਂ
ਸਾਡਾ ਕੰਮ ਆ ਫੌਜਾਂ ਦਾ ਇੱਥੇ ਬਾਰਡਰ ਤੇ ਪਹਿਰਾ ਦੇਣ ਦਾ। ਬਾਕੀ ਜੋ ਪ੍ਰੋਗਰਾਮ ਸੰਯੁਕਤ ਮੋਰਚੇ ਨੇ ਦੇਣਾ ਅਸੀਂ ਕਹਿੰਦਾ ਵੀ ਉਹ ਇਕੱਠੇ ਹੋ ਕੇ ਦਿਓ। ਵੱਖੋ ਵੱਖਰੀਆਂ ਜਿਹੜੀਆਂ ਨਾ ਕੌਲਾਂ ਦੇਣੀਆਂ ਜਾਂ ਇਹ ਕਿਤੇ ਨਾ ਕਿਤੇ ਸਾਨੂੰ ਨੁਕਸਾਨ ਕਰ ਸਕਦੀਆਂ ਨੇ, ਸਾਨੂੰ ਸਾਰਿਆਂ ਨੂੰ ਰਲ ਕੇ ਇਕੱਠੇ ਹੋ ਕੇ ਪ੍ਰੋਗਰਾਮ ਦੇਣਾ। ਬਿਲਕੁਲ ਬਾਬਾ ਜੀ, ਬਚਨ ਤੁਹਾਡਾ ਦਰੁਸਤ ਹੈ, ਪਰ ਅਸੀਂ ਵੀ ਪਿੰਡਾਂ ਵਿੱਚ ਜਾਂਦੇ ਹਾਂ ਜਦੋਂ ਇੰਟਰਵਿਊਜ਼ ਕਰਨੇ ਵੱਖੋ ਵੱਖਰੀਆਂ ਸ਼ਖਸੀਅਤਾਂ ਨਾਲ, ਉਹਨਾਂ ਦਾ ਵੀ ਬਾਬਾ ਜੀ ਇਹੀ ਕਹਿਣਾ ਆ ਵੀ ਕਿਤੇ ਨਾ ਕਿਤੇ ਕਿਸਾਨ ਸੰਯੁਕਤ ਦੀ ਸਟੇਜ ਕੋਈ ਨਾ ਕੋਈ ਪ੍ਰੋਗਰਾਮ ਉਲੀਕੇ। ਕਿੰਨਾ ਕੁ ਚਿਰ ਇੱਥੇ ਬੈਠੇ ਰਹਾਂਗੇ? ਕਰੀਬ 1000 ਦੇ ਨੇੜੇ ਤੇਰੇ ਇੱਥੇ ਕਿਸਾਨ ਜਿਹੜਾ ਸ਼ਹੀਦੀ ਪ੍ਰਾਪਤ ਕਰ ਗਿਆ ਹੋਵੇਗਾ, ਆਪਣੀਆਂ ਜਾਨਾਂ ਕੁਰਬਾਨ ਕਰ ਗਿਆ ਇੱਥੇ, ਕਿਉਂਕਿ ਕਹਿਰ ਦੀ ਜਿਹੜੀ ਗਰਮੀ ਹੈ ਉਹ ਵੀ ਹੰਢਾਈ ਹੈ ਤੇ ਕਹਿਰ ਦੀ ਜਿਹੜੀ ਸਰਦੀ ਹੈ ਉਹ ਵੀ ਕਿਸਾਨਾਂ ਨੇ ਪਿੰਡੇ ਤੇ ਹੰਢਾਈ ਹੈ। ਇਸ ਵਾਸਤੇ ਉੱਦਾਂ ਵੀ ਤਾਂ ਕੁਰਬਾਨੀਆਂ ਦਿੱਤੀਆਂ ਜਾ ਰਹੀਆਂ ਨੇ, ਇੱਥੇ ਸ਼ਹੀਦੀਆਂ ਹੋ ਰਹੀਆਂ ਹੈ। ਪਰ ਜੇ ਕੋਈ ਨਾ ਕੋਈ ਪ੍ਰੋਗਰਾਮ ਉਲੀਕਿਆ ਜਾਏ, ਇਹ ਇਲਾਕੇ ਦੇ ਲੋਕ, ਇਹ ਪੰਜਾਬ ਦੇ ਲੋਕ, ਕੀ ਇਹ ਵਰਲਡ ਦੇ ਲੋਕ ਚਾਹੁੰਦੇ ਆ ਵੀ ਕੋਈ ਨਾ ਕੋਈ ਸੰਯੁਕਤ ਮੋਰਚਾ ਕੋਈ ਪ੍ਰੋਗਰਾਮ ਦੇਵੇ। ਪ੍ਰੋਗਰਾਮ ਨਾ ਦੇਣ ਦਾ ਬਾਬਾ ਜੀ ਕਾਰਨ ਕੀ ਹੈ? ਕਿਉਂ ਦੇ ਕਿਉਂ ਰਹੇ ਨਹੀਂ? ਇਹ ਢਿੱਲ ਕਿਉਂ ਵਰਤ ਰਹੇ ਨੇ? ਇਹ ਤਾਂ ਹੁਣ ਇਹ ਮੋਰਚੇ ਦੇ ਆਗੂ ਹੀ ਦੱਸ ਸਕਦੇ ਨੇ ਵੀ ਕਿਉਂ ਨਹੀਂ ਦੇ ਰਹੇ। ਤੇ ਮੈਂ ਇਹ ਇੱਕ ਹੋਰ ਅਪੀਲ ਕਰੂੰਗਾ ਸੰਗਤਾਂ ਨੂੰ ਵੀ ਕਿਸਾਨ ਮੋਰਚੇ ਦੇ ਆਗੂ ਨੂੰ ਵੀ 1 ਸਾਲ ਹੋ ਜਾਣਾ ਤੁਹਾਨੂੰ ਜੀ, ਬੇਨਤੀ ਹੈ ਮੇਰੀ। ਇਹਦੇ ਵਿੱਚ ਕੋਈ ਇਹ ਨਹੀਂ ਹੈਗਾ ਵੀ ਅਸੀਂ ਕਹਿੰਦੇ ਆ ਵੀ ਅਸੀਂ ਉਹ ਕਰ ਲਾਂਗੇ। ਹੱਥ ਬੰਨ੍ਹ ਕੇ ਬੇਨਤੀ ਆ, ਤੁਸੀਂ ਸਾਲ ਹੋ ਗਿਆ ਪ੍ਰੋਗਰਾਮ ਦਿੰਦਿਆਂ ਨੂੰ, ਜੋ ਵੀ ਦਵੋਗੇ ਅਸੀਂ ਨਾ ਅਸੀਂ ਕਿਤੇ ਪ੍ਰੋਗਰਾਮ ਦਿੱਤਾ ਨਾ ਅਸੀਂ ਦੇਣਾ ਵਾ, ਤੇ ਸਾਲ ਤੁਸੀਂ ਦਿੱਤੇ ਨੇ, ਜਿਹੜਾ ਕੋਈ ਪ੍ਰੋਗਰਾਮ ਦੇਣਾ ਉਹ ਠੋਸ ਦਿਓ। ਕਿਉਂਕਿ 2-3 ਵਾਰੀ ਕਿਸਾਨ ਮੋਰਚੇ ਨੇ ਜਿਹੜਾ ਪ੍ਰੋਗਰਾਮ ਦਿੱਤਾ ਉਹ ਪਿਛਾਂ ਉਹਨਾਂ ਨੇ ਪੈਰ ਖਿੱਚ ਲਿਆ। ਜਿਹੜੀ ਸੰਗਤ ਆ ਉਹਨਾਂ ਦਾ ਜਿਹੜਾ ਭਰੋਸਾ ਗਵਾ ਲਿਆ ਵੀ ਇਹ ਕਹਿ ਦਿੰਦੇ ਨੇ ਮੁੜ ਕੇ ਕਰਦੇ ਹੈ ਨਹੀਂ, ਹਿੱਲ ਜਾ। ਇਹ ਹਿੱਲਣਾ ਨਹੀਂ, ਠੋਸ ਪ੍ਰੋਗਰਾਮ ਦਿਓ। ਬਿਲਕੁਲ। ਅੱਛਾ, ਅਸੀਂ ਹੋਰ ਬੇਨਤੀ ਕਰਦੇ ਹਾਂ ਵੀ ਖਾਲਸਾ ਪੰਥ ਵਾਲਿਓ, ਅਸੀਂ ਵੀ ਸੰਜਮ ਦੇ ਨਾਲ ਵਿੱਚ ਬੈਠੇ ਹਾਂ। ਜੋ ਤੁਸੀਂ ਕਹੋਗੇ ਅਸੀਂ ਮੰਨਿਆ, ਤੇ ਆ ਜਿਹੜੀ ਤੁਸੀਂ ਕਾਲ ਦਿੱਤੀ ਅਸੀਂ ਮੰਨਾਂਗੇ। ਜੇ ਫਿਰ ਵੀ ਮੋਦੀ ਸਰਕਾਰ ਇਹ ਪ੍ਰੋਗਰਾਮ ਦੇ ਨਾਲ ਨਹੀਂ ਮੰਨਦੀ, ਮੈਂ ਹੱਥ ਬੰਨ੍ਹ ਕੇ ਬੇਨਤੀ ਕਰਦਾ ਸੰਯੁਕਤ ਮੋਰਚੇ ਨੂੰ ਵੀ ਤੁਸੀਂ ਸਾਲ ਚਲਾਇਆ, ਸਾਨੂੰ 1 ਮਹੀਨਾ ਚਲਾ ਲੈਣ ਦੇ ਮੋਰਚਾ। ਅਸੀਂ ਤੁਹਾਨੂੰ ਜਿੱਤ ਕੇ ਦੇਵਾਂਗੇ, ਜਾਂ ਮੋਰਚਾ ਇੱਥੋਂ ਜਿੱਤ ਕੇ ਦੇਵਾਂਗੇ ਤੁਹਾਨੂੰ। ਬਹੁਤ ਵੱਡੀ ਗੱਲ ਬਾਬਾ ਜੀ ਤੁਸੀਂ ਕਹਿ ਦਿੱਤੀ ਵੀ 1 ਮਹੀਨੇ ਦਾ ਸਮਾਂ ਸਾਨੂੰ ਦੇ ਦਿਓ ਨਿਹੰਗ ਸਿੰਘ ਜਥੇਬੰਦੀਆਂ ਨੂੰ, ਵੀ ਅਸੀਂ ਤੁਹਾਨੂੰ ਦੱਸਦੇ ਹਾਂ ਵੀ ਕਿਵੇਂ ਕਿਸਾਨੀ ਅੰਦੋਲਨ ਜਿਹੜਾ ਜਿੱਤਿਆ ਜਾ ਸਕਦਾ ਹੈ। ਤੇ ਬਹੁਤ ਵੱਡੀ ਗੱਲ ਹੈ ਬਾਬਾ ਜੀ, ਇਹ ਤਾਂ ਵੀ ਇਹ ਐਡਾ ਵੱਡਾ ਯਕੀਨ ਤੁਸੀਂ ਦਿਵਾਤਾ ਲੋਕਾਂ ਨੂੰ। ਦੇਖੋ ਅਸੀਂ ਜੇ ਕੋਈ ਕਹੇ ਵੀ ਇਹ ਪਬਲਿਕ ਮਰਵਾਉਣਾ ਚਾਹੁੰਦੇ ਨੇ ਜਾਂ ਅਸੀਂ ਐਂ ਕਰ ਦਾਂਗੇ, ਨਹੀਂ, ਜੰਗ ਜਿੱਤੀ ਜਾਂਦੀ ਜਦੋਂ ਦ੍ਰਿੜ ਇਰਾਦਾ ਹੋਵੇ। ਜੋ ਪ੍ਰੋਗਰਾਮ ਦੇਤਾ ਮੈਂ ਕੁਰਬਾਨੀ ਕਰਨ ਨੂੰ ਤਿਆਰ ਹਾਂ। ਮੈਂ ਕਹਿੰਦਾ ਕੱਲ੍ਹ ਨੂੰ ਮੇਰੇ ਗੋਲੀ ਮਾਰ ਦੇਣ ਸਰਕਾਰ, ਮੋਰਚਾ ਹੱਲ ਹੋ ਜਾਵੇ। ਹੋਵੇ ਇੱਥੇ ਬੈਠਿਆਂ ਨੂੰ, ਹੁਣ ਇੱਥੇ ਬੈਠੇ ਵੀ ਜਵਾਨਾਂ ਗਵਾਈ ਜਾਂਦੇ ਆ। ਹੁਣ ਕਈ ਕਹਿੰਦੇ ਨੇ ਵੀ ਇਹ ਆਏ ਮਾਰਦੇ, ਪਹਿਲਾਂ ਮੈਨੂੰ ਦੱਸੋ ਵੀ ਉਹ ਕਿਹਦੇ ਖਾਤੇ ਪਾਉਣੀਆਂ ਨੇ ਜਿਹੜੀਆਂ ਇੱਥੇ ਜਾਨਾਂ ਚਲੀਆਂ ਗਈਆਂ, ਜਾਂ ਉੱਥੇ ਸਰਕਾਰ ਨੇ ਦਰੜ ਕੇ ਮਾਰਤੇ, ਹਜੇ ਪਤਾ ਨਹੀਂ ਸਾਡੇ ਨਾਲ ਕੀ ਕਰੂਗੀ। ਦੇਖੋ ਜਿਹੜੀ ਲੋਕਾਂ ਦੀ ਦੱਸਾਂਗੀ, ਜਿਹੜੀ ਸਾਲ ਦੇ ਵਿੱਚ ਤੁਸੀਂ ਜਾ ਕੇ ਪਤਾ ਕਰ ਸਕਦੇ ਹੋ ਕਿੰਨੀ ਕਿ ਇਹ ਖਰਾਬ ਹੋ ਗਈ ਆ, ਮੰਦਾ ਹੋ ਗਿਆ ਹਾਲ ਬਹੁਤ ਲੋਕਾਂ ਦਾ। ਇਸ ਕਰਕੇ ਸਾਨੂੰ ਲੋਕਾਂ ਬਾਰੇ ਵੀ ਦੇਖਣਾ ਚਾਹੀਦਾ, ਕਿਸਾਨਾਂ ਬਾਰੇ ਵੀ। ਐਨਰਜੀ ਕਿੰਨਾ ਪੈਸਾ ਸਾਡਾ ਖਰਾਬ ਹੋ ਗਿਆ, ਇੰਨਾ ਤਾਂ ਅਸੀਂ ਆ ਪਤਾ ਨਹੀਂ ਕੀ ਕੁਛ ਖਰੀਦ ਲੈਂਦੇ। ਸਹੀ ਗੱਲ ਹੈ ਨਾ। ਇਸ ਕਰਕੇ ਮੈਂ ਬੇਨਤੀ ਕਰਦਾ ਵੀ ਜੋ ਵੀ ਪ੍ਰੋਗਰਾਮ ਦੇਣਾ ਪੂਰਾ ਠੋਸ ਵਧੀਆ ਪ੍ਰੋਗਰਾਮ ਦਿਓ। ਬਿਲਕੁਲ ਬਾਬਾ ਜੀ, ਤੁਹਾਡਾ ਬਚਨ ਸੱਚ ਹੈ ਤੇ 100% ਲੋਕ ਇਹ ਤੁਹਾਡੇ ਬਚਨ ਨਾਲ ਮੈਨੂੰ ਲੱਗਦਾ ਵੀ ਸਹਿਮਤ ਹੋਣਗੇ, ਕਿਉਂਕਿ ਅਸੀਂ ਇਲਾਕਿਆਂ ਦੇ ਵਿੱਚ ਵਿਚਰਦੇ ਹਾਂ। ਲੋਕਾਂ ਦਾ ਇਹੀ ਕਹਿਣਾ ਵੀ ਕੋਈ ਕਿਸਾਨ ਸੰਯੁਕਤ ਮੋਰਚਾ, ਉਹਨਾਂ ਦੇ ਆਗੂ ਜਿਹੜੇ ਆ ਠੋਕਮਾ ਕੋਈ ਨਾ ਕੋਈ ਪ੍ਰੋਗਰਾਮ ਦੇਣ ਤੇ ਅਸੀਂ ਜਾਂਦੇ ਹਾਂ। ਜੇ ਅਸੀਂ 26 ਤਰੀਕ ਦੀ ਘਟਨਾ ਵੇਖੀਏ, ਜਿਹੜੀ ਜਨਵਰੀ ਦੀ ਜਿਹੜੀ ਘਟਨਾ ਦੇਖੀਏ, ਤੇ ਉਸ ਤੋਂ ਬਾਅਦ ਦੇ ਵਿੱਚ ਲਾਲ ਕਿਲ੍ਹੇ ਤੋਂ ਬਾਬਾ ਜੀ ਰੌਣਕ ਕਿਤੇ ਨਾ ਕਿਤੇ ਥੋੜ੍ਹੀ ਜਿਹੀ ਘਟੀ ਸਾਨੂੰ ਨਜ਼ਰ ਆਉਂਦੀ ਹੈ। ਬੇਸ਼ੱਕ ਕਹਿਣਾ ਪੈਂਦਾ ਦਰਸ਼ਕੋ ਵੀ ਰੌਣਕ ਉਸ ਤੋਂ ਵੀ ਵਧੀ ਹੋਈ ਹੈ, ਪਰ ਇਹ ਸੱਚ ਹੈ ਵੀ ਸਾਨੂੰ ਮੰਨਣਾ ਪੈਣਾ ਕਿਤੇ ਨਾ ਕਿਤੇ ਉਸ ਤੋਂ ਬਾਅਦ ਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਇੱਥੋਂ ਦਾ ਰੌਣਕ ਮੇਲਾ ਘਟਿਆ ਹੈ। ਪਰ ਬਾਬਾ ਜੀ ਦਾ ਵੀ ਕਹਿਣਾ ਵੀ ਠੋਸ ਕਦਮ ਕਿਸਾਨ ਸੰਯੁਕਤ ਮੋਰਚੇ ਦੇ ਆਗੂ ਲੈਣ ਤਾਂ ਕਿ ਅਸੀਂ ਕੁਰਬਾਨੀਆਂ ਦੇਣ ਨੂੰ ਤਿਆਰ ਹਾਂ। ਕੁਰਬਾਨੀਆਂ ਦੇਣ ਨੂੰ ਤਾਂ ਸਾਰਾ ਪੰਜਾਬ ਹੀ ਤਿਆਰ ਹੈ, ਕਿਉਂਕਿ ਜੇ ਕੁਰਬਾਨੀਆਂ ਦੇਣ ਵਾਸਤੇ ਘਰੋਂ ਚੱਲੇ ਆ ਤੇ ਇਸ ਸਿੰਘੂ ਮੋਰਚੇ ਦੇ ਉੱਪਰ ਦਿਨ ਰਾਤ ਕਰਕੇ ਡਟੇ ਹੋਏ ਆ। ਤੇ ਕਈ ਦੇ ਐਸੇ ਵੀ ਸ਼ਖਸੀਅਤਾਂ ਨੇ, ਐਸੇ ਵੀ ਜਿਹੜੇ ਗੁਰੂ ਦੇ ਪਿਆਰੇ, ਰੱਬ ਦੇ ਪਿਆਰੇ ਨੇ, ਮਹਾਂਪੁਰਸ਼ਾਂ ਵਰਗੇ, ਜਿਹੜੇ ਇੱਕ ਵਾਰ ਆ ਗਏ ਤੇ ਵਾਪਸ ਪੰਜਾਬ ਪਰਤੇ ਨਹੀਂ। ਉਹਨਾਂ ਨੂੰ ਕਰੀਬ ਸਾਲ ਹੋ ਚੱਲਿਆ, ਪਰ ਹੁਣ ਐਤਕੀ ਸੱਦਾ ਸਟੇਜ ਵੱਲੋਂ ਬਾਬਾ ਰਾਜਾ ਰਾਜ ਸਿੰਘ ਨੂੰ ਆਇਆ ਤੇ ਬਾਬਾ ਰਾਜ ਸਿੰਘ ਵੱਲੋਂ ਇਹ ਵੀ ਕਿਹਾ ਗਿਆ ਵੀ ਨਗਰ ਕੀਰਤਨ ਵੀ ਕੱਢਿਆ ਜਾਏਗਾ, ਗੱਤਕੇ ਦੇ ਦੌਰ ਵੀ ਦਿਖਾਏ ਜਾਣਗੇ। ਪਰ ਇੱਥੇ ਅਸੀਂ ਇਹ ਵੀ ਪੁੱਛਣ ਦਾ ਯਤਨ ਕਰਦੇ
ਕਰਦੇ ਹਾਂ ਵੀ ਇਸ ਧਾਰਮਿਕ ਪ੍ਰੋਗਰਾਮ ਦੇ ਨਾਲ ਕਿਸਾਨ ਆਗੂ ਤੁਹਾਡੇ ਨਾਲ ਸਹਿਮਤ ਨੇ 100% ਵੀ ਨਗਰ ਕੀਰਤਨ ਕੱਢੋਗੇ ਬਾਬਾ ਜੀ? ਹਾਂਜੀ ਹਾਂਜੀ, ਉਹ ਸਾਰਾ ਦੱਸਿਆ ਉਹਨਾਂ ਨੂੰ ਵੀ ਅਸੀਂ ਨਗਰ ਕੀਰਤਨ ਵੀ ਕਰਨਾ, ਤੇ ਉਹ ਸਾਰੇ ਸਹਿਮਤ ਨੇ। ਦੇਖੋ ਗੁਰੂ ਦਾ ਕਾਰਜ ਹੈ ਇਹ। ਇੱਕ ਵਾਰ ਦੁਬਾਰਾ ਫਿਰ ਇੱਥੇ ਜਿਹੜੇ ਨੇ ਜਿਹੜੇ ਦੁਬਾਰਾ ਫਿਰ ਇੱਕ ਵਾਰੀ ਹੈ ਨਾ ਇੱਥੇ ਜਿਹੜਾ ਪੂਰਾ ਉਹ ਜਾਹੋ ਜਲਾਲ ਅਸੀਂ ਭਰਨਾ ਚਾਹੁੰਦੇ ਮੋਰਚੇ ਦੇ ਵਿੱਚ ਮੁੜ ਕੇ, ਵੀ ਨਗਰ ਕੀਰਤਨ ਦੇ ਨਾਲ ਗੁਰੂ ਸਾਹਿਬ ਦੇ ਜਿਹੜਾ ਪ੍ਰਬੰਧ ਆਪਣੇ ਗੁਰਪੁਰਬ ਆ ਰਿਹਾ ਉਹ ਇੱਥੇ ਪ੍ਰੋਗਰਾਮ ਮਨਾਇਆ ਜਾਊਗਾ। ਸੰਗਤ ਦੇ ਵਿੱਚ ਇੱਕ ਵਾਰੀ ਵੱਡਾ ਮੈਸੇਜ ਜਾਣਾ ਇਹ ਵੀ ਦੁਬਾਰਾ ਫਿਰ ਸੰਗਤਾਂ ਦੇ ਵਿੱਚ ਜੋਸ਼ ਭਰੂਗਾ। ਹੁਣ ਕੰਮਕਾਰ ਜਿਹੜਾ ਉਹ ਨੇੜੇ ਲੱਗ ਗਿਆ, ਸੰਗਤਾਂ ਆਉਣੀਆਂ ਸ਼ੁਰੂ ਹੋ ਗਈਆਂ ਨੇ ਜੀ, ਬਿਲਕੁਲ। ਤੇ ਇਸ ਕਰਕੇ ਦੇਖੋ ਨਵੀਂ ਦਿਸ਼ਾ, ਸੰਗਤ ਕੋਈ ਵੀ ਪਿੱਛੇ ਨਹੀਂ ਹਟਦੀ ਵੀ ਜਾਂ ਨੌਜਵਾਨ ਪੀੜ੍ਹੀ ਜਾਂ ਕੋਈ ਜਥੇਬੰਦੀ ਇਹ ਮੋਰਚੇ ਤੋਂ ਦੂਰ ਚਲੀ ਗਈ, ਨਹੀਂ, ਇਹ ਗਲਤ ਆ। ਸਾਰੇ ਸਭ ਦੀਆਂ ਭਾਵਨਾ ਜੁੜੀਆਂ ਨੇ, ਉਹ ਇਹੀ ਚਾਹੁੰਦੇ ਨੇ ਵੀ ਕੋਈ ਠੋਸ ਪ੍ਰੋਗਰਾਮ ਦਿੱਤਾ ਜਾਵੇ ਜਿਹਦੇ ਨਾਲ ਕੰਮ ਸਮਾਪਤੀ ਹੋਵੇ। ਸਾਲ ਤੋਂ ਦੇਖੋ ਆਉਣਾ ਜਾਣਾ ਬਹੁਤ ਕੁਛ ਹੋ ਗਿਆ ਇੱਥੇ, ਜਿਹੜੀਆਂ ਸਾਡੀਆਂ ਜਾਨਾਂ ਵੀ ਚਲੀਆਂ ਗਈਆਂ, ਪੈਸਾ ਵੀ ਪਤਾ ਨਹੀਂ ਕਿੰਨਾ ਕੁ ਬਰਬਾਦ ਹੋ ਗਿਆ, ਐਨਰਜੀ ਵੇਸਟ ਆ। ਤੇ ਇਸ ਕਰਕੇ ਸਾਨੂੰ ਵਧੀਆ ਪ੍ਰੋਗਰਾਮ ਰਲ ਕੇ ਦੇਣਾ ਚਾਹੀਦਾ। ਜੇ ਉਹ ਅਸੀਂ ਸੰਯੁਕਤ ਮੋਰਚੇ ਦੇ ਨਾਲ ਚੱਲੇ ਆ, ਪਹਿਲਾਂ ਵੀ ਮੈਂ ਤੁਹਾਨੂੰ ਦੱਸਿਆ ਵੀ ਅਸੀਂ ਕੋਈ ਪ੍ਰੋਗਰਾਮ ਦਿੱਤਾ ਨਹੀਂ ਹੈਗਾ, ਨਾ ਅਸੀਂ ਇਹਨਾਂ ਦੇ ਫੁੱਲ ਚੜਾਏ। ਜੇ ਸਾਨੂੰ 1 ਮਹੀਨੇ ਦਾ ਮੌਕਾ ਦੇਣ ਤੇ ਇਹ ਜਿਵੇਂ ਅਸੀਂ ਇਹਨਾਂ ਨਾਲ ਤੁਰੇ ਆ, ਇਹ ਆਗੂ ਸਾਡੇ ਨਾਲ ਤੁਰਨ, ਫੇਰ ਸਵਾਦ ਹੈ। ਇਹ ਨਾ ਸਾਡੇ ਤੇ ਇਕੱਲਿਆਂ ਨੂੰ ਵੀ ਜਾਂ ਤੁਹਾਨੂੰ ਕਹਿਤਾ ਕਿ ਤੁਸੀਂ ਕਰਾ ਲਓ ਉਹਦੇ ਹਿਸਾਬ ਨਾਲ। ਕਈ ਕਮੈਂਟ ਕਰਦੇ ਨੇ ਕਰਾ ਲਓ, ਤੁਸੀਂ ਕਿਉਂ ਨਹੀਂ ਕਰਾਉਂਦੇ? ਐਡੇ ਅਸੀਂ ਕੋਈ ਮੂਰਖ ਥੋੜ੍ਹਾ। ਬਿਲਕੁਲ, ਜਿਵੇਂ ਜਿਵੇਂ ਅਸੀਂ ਸੰਯੋਗ ਮੂਰੇ ਸਾਥ ਦਿੱਤਾ ਹੈ, ਇਹ ਵੀ ਸਾਡਾ ਸੰਯੋਗ ਫੁੱਲ ਦੇਣ, ਮੋਰਚਾ ਅਸੀਂ ਜਿੱਤਾਂਗੇ। ਗੁਰੂ ਦੀ ਕਿਰਪਾ ਹੋਊਗੀ, ਗੁਰੂ ਨੇ ਜਿੱਤਣਾ ਤੇ ਦ੍ਰਿੜ ਇਰਾਦੇ ਨਾਲ ਜਿੱਤਿਆ ਜਾਊ, ਵਿਸ਼ਵਾਸ ਦੇ ਨਾਲ ਜਿੱਤਿਆ ਜਾਊ। ਜਿਹੜਾ ਪ੍ਰੋਗਰਾਮ ਦੇ ਤਾਂ ਹਿਲਦੇ ਨਹੀਂ, ਚਾਹੇ ਕੁਰਬਾਨੀ ਹੋ ਜੇ, ਮੋਰਚਾ ਜਿੱਤਾਂਗੇ। ਪਰ ਇਹ ਕਿਤੇ ਨਾ ਕਿਤੇ ਐਸਾ ਕਿਉਂ ਹੈ ਉਹਨਾਂ ਦੇ ਅੰਦਰ ਵੀ ਖੌਫ ਹੀ ਕਹਿ ਲਓ ਬਾਬਾ ਜੀ, ਵੀ ਇਹਨਾਂ ਦੇ ਹੱਥ 'ਚ ਅਸੀਂ ਮੋਰਚਾ ਦਿੰਦੇ ਹਾਂ ਤੇ ਮੋਰਚੇ ਦੀ ਕਿਤੇ ਰਸਤਾ ਜਿਹੜਾ ਹੈ ਉਹ ਕਿਤੇ ਕੋਈ ਹੋਰ ਹੀ ਨਾ ਅਪਣਾ ਲੈਣ ਇਹ ਨਿਹੰਗ ਸਿੰਘ ਜਥੇਬੰਦੀਆਂ, ਕਿਉਂਕਿ ਇਹ ਜੋਸ਼ੀਲੇ ਹੁੰਦੇ ਆ, ਇਹ ਗਰਮ ਹੁੰਦੇ ਆ, ਇਹ ਆਰ-ਪਾਰ ਦੀ ਗੱਲ ਕਰਦੇ ਆ। ਅਸੀਂ ਸਹਿਜਤਾ ਦੇ ਨਾਲ ਅਸੀਂ ਬੈਠ ਕੇ ਅੰਦੋਲਨ ਲੜਨਾ, ਇਹਨੂੰ ਜਿੱਤਣਾ। ਪਰ ਐਵੇਂ ਤਾਂ ਸਾਲ ਹੋ ਗਿਆ ਬਾਬਾ ਜੀ, ਐਸੀ ਮਨਸ਼ਾ ਹੀ ਹੈ। ਦੇਖੋ ਮਨਸ਼ਾ ਤਾਂ ਇਹ ਵੀ ਅਸੀਂ ਵੀ ਸ਼ਾਂਤੀ ਦੇ ਨਾਲ, ਹੁਣ ਜਦੋਂ ਦੇਖੋ ਜਦੋਂ ਆਜ਼ਾਦੀ ਦੀ ਲੜਾਈ ਲੜੀ ਆ, ਇਕੱਲੀ ਹੁਣ ਮਹਾਤਮਾ ਗਾਂਧੀ ਨੂੰ ਬੰਨੀ ਜਾਂਦੇ ਸਿਹਰਾ ਵਿੱਚ ਚਰਖੇ ਕੱਤ ਕੇ ਤਾਂ ਨਹੀਂ ਲੜ ਲਈ। ਉਹਦੇ ਵਿੱਚ ਹੋਰ ਵੀ ਆਜ਼ਾਦੀ ਧਰੀ ਗਿਆ, ਭਗਤ ਸਿੰਘ ਹੋਣੀ ਹੋਏ ਨੇ, ਉਹਨਾਂ ਨੇ ਕਿ ਉਹ ਹੁਣ ਇਹ ਭਗਤ ਸਿੰਘ ਦਾ ਇੱਥੇ ਨਾਅਰਾ ਲਾਉਂਦੇ ਆ। ਤੇ ਫਿਰ ਭਗਤ ਸਿੰਘ ਨੇ ਤਾਂ ਬੰਬ ਵੀ ਸਿੱਟਤਾ ਸੀ ਅਸੈਂਬਲੀ ਜਾ ਕੇ, ਤੇ ਭਗਤ ਸਿੰਘ ਨੂੰ ਸਾਂਡਰਸ ਵੀ ਮਾਰਨਾ ਪਿਆ। ਕਰਤਾਰ ਸਿੰਘ ਸਰਾਭਾ ਜਿਹੜਾ ਅਸਲ ਹੀਰੋ ਆ, ਉਹਨੂੰ ਤਾਂ ਲੁਕੋਈ ਜਾਂਦੇ ਨੇ ਹੈ। ਤੇ ਜਿਹੜੇ ਉਹ ਕਰਤਾਰ ਸਿੰਘ ਸਰਾਭੇ ਵਰਗੇ ਯੋਧੇ ਨੇ, ਉਹਨਾਂ ਨੂੰ ਵੀ ਇਹ ਲੜਾਈ ਲੜਨੀ ਵੀ। ਲੜਾਈ ਦੇਖੋ ਹੋਇਆ ਤਾਂ ਦੇਖੋ ਸਾਨੂੰ ਤਾਂ ਕੋਈ ਆਜ਼ਾਦੀ ਮਿਲੀ ਨਹੀਂ, ਅਸੀਂ ਤਾਂ ਗੁਲਾਮ ਹੋ ਗਏ। ਪਹਿਲਾਂ ਅੰਗਰੇਜ਼ਾਂ ਦੇ ਗੁਲਾਮ ਸੀ, ਹੁਣ ਇਹਨਾਂ ਦੇ ਗੁਲਾਮ ਹੋ ਗਏ। ਜੇ ਆਜ਼ਾਦ ਇਹ ਕਹਿੰਦੇ ਨੇ ਵੀ ਆਜ਼ਾਦ ਦੇਸ਼ ਕਰਾਇਆ, ਤਾਂ ਦੇਖੋ ਉਹਦੇ ਵਿੱਚ ਸਾਰੀਆਂ ਸ਼ਾਂਤੀ ਵੀ ਚੱਲੀ ਆ, ਉਹਦੇ ਵਿੱਚ ਦੂਜੇ ਲੋਟ ਵੀ ਸਾਰੇ ਚੱਲੇ ਨੇ। ਕੁਰਬਾਨੀਆਂ ਤਾਂ ਹੋਈਆਂ ਨੇ ਕਿ ਉਸ ਵੇਲੇ ਲਾਲਾ ਲਾਜਪਤ ਉਹਨਾਂ ਨੇ ਕੁੱਟ ਕੇ ਨਹੀਂ ਮਾਰਿਆ ਗਿਆ, ਹੋਰ ਜਿਹੜੇ ਉਹ ਕੁੱਟ ਕੇ ਨਹੀਂ ਮਾਰੇ ਗਏ, ਉਦੋਂ ਵੀ ਡਾਂਗਾ ਮਾਰੀਆਂ ਗਏ, ਉੱਥੇ ਉਦੋਂ ਮਰੇ ਨਹੀਂ ਹੈਗੇ। ਤੇ ਦੂਸਰੇ ਲੋਟ ਵੀ ਮਰ ਗਏ। ਆ ਹੁਣ ਕਿਹੜਾ ਮਰੇ ਨਹੀਂ ਵੀ ਜੇ ਹੁਣ 2-4 ਮਰ ਜਾਣਗੇ 900, ਮੈਂ ਕਹਿੰਦਾ ਵੀ ਕਿਹੜੇ ਖਾਤੇ 'ਚ ਪਾਉਣਾ ਤੁਸੀਂ ਨੇ? ਜੇ ਹੁਣ 5-7 ਮਰ ਜਾਵਾਂਗੇ ਅਸੀਂ, ਫਿਰ ਕੀ ਲੋੜ ਆ ਜਾਊਗਾ? ਜਿਹੜੀ ਉਹ ਆਉਣ ਵਾਲੀ ਜਨਰੇਸ਼ਨ ਉਹ ਤਾਂ ਸੁਖੀ ਬਚ ਜੂਗੀ ਨਾ। ਆ ਰੋਜ਼ ਦੇ ਇੱਥੇ ਮਰਦੇ ਫਿਰਦੇ ਆ, ਰੋਜ਼ ਨੂੰ ਮਰਨਾ, ਇੱਕ ਦਿਨ ਮਰਨਾ ਚੰਗਾ ਵਾ। ਪਹਿਲਾਂ ਵੀ 98% ਕੁਰਬਾਨੀਆਂ ਹੈ ਹੀ ਨੇ, ਕੋਈ ਨਹੀਂ ਹੈ ਹੀ ਨੇ। ਅਸੀਂ ਕਹਿੰਦੇ ਵੀ ਅਸੀਂ ਮੂਹਰੇ ਤੁਰਦੇ, ਅਸੀਂ ਮੂਹਰੇ ਤੁਰਾਂਗੇ ਚੰਗਾ ਜਾ ਕੇ। ਬਿਲਕੁਲ ਲੜਨ ਨੂੰ ਸਾਰੇ ਤਿਆਰ ਨੇ। ਦੇਖੋ ਇੱਥੇ ਪਹਿਲਾਂ ਫੌਜੀ ਵੀਰ ਵੀ ਸਾਡੇ ਆਏ ਜਿਹੜੇ ਰਿਟਾਇਰਮੈਂਟ ਨੇ, ਉਹਨਾਂ ਦੇ ਮੈਨੂੰ ਵੀ ਕਾਫੀ ਫੋਨ ਆਉਂਦੇ ਨੇ ਵੀ ਅਸੀਂ ਤੁਹਾਡੇ ਨਾਲ ਪਹਿਲਾਂ ਮੂਹਰੇ ਝੁੱਕ ਕੇ ਝੰਡੇ ਤੁਰਾਂਗੇ। ਬਿਲਕੁਲ। ਹੁਣ ਜਿਹੜੇ ਭਾਰਤ ਦੇ ਫੌਜੀ ਨੇ, ਰਿਟਾਇਰਮੈਂਟ ਨੇ, ਤੇ ਜਦੋਂ ਸਾਡੇ ਨਾਲ ਝੰਡਾ ਮੇਰੇ ਮੂਹਰੇ ਫੌਜੀ ਦੂਜੀ ਗੋਲੀ ਚਲਾ ਦੇਣਗੇ ਉਹਨਾਂ ਤੇ, ਉਹ ਕਹਿੰਦੇ ਅਸੀਂ ਮਾਰਾਂਗੇ, ਅਸੀਂ ਕਹਿੰਦੇ ਅਸੀਂ ਮਾਰਾਂਗੇ। ਫੇਰ ਹੀ ਗੱਲ ਬਣਦੀ ਆ ਨਾ, ਇੱਕ ਦੂਜੇ ਤੋਂ ਵੱਧ ਕੇ। ਉਹ ਵੀ ਤਿਆਰ ਨੇ, ਉਹ ਵੀ ਕਹਿੰਦੇ ਜਦੋਂ ਮਰਜ਼ੀ ਬੁਲਾ ਲਓ, ਅਸੀਂ ਵੀ ਤਿਆਰ ਬੈਠੇ ਹਾਂ। ਫਿਰ ਗੱਲ ਕਿਹਦੀ ਘਟਦੀ ਆ? ਜੇ ਇਹਨਾਂ ਨੂੰ ਮਰਨ ਤੋਂ ਡਰ ਲੱਗਦਾ, ਸਾਡੇ ਮਗਰਲੇ ਪਾਸੇ ਖੜ ਜਾਣਾ। ਬਿਲਕੁਲ। ਜੇ ਮਰਨ ਤੋਂ ਕਿਸੇ ਆਗੂ ਨੂੰ ਡਰ ਲੱਗਦਾ, ਸਾਡੇ ਮਗਰ ਹੋ ਜਾਣਾ, ਅਸੀਂ ਮੂਹਰੇ ਤੁਰ ਪਾਂਗੇ। ਗੱਲ ਤਾਂ ਮਰਨ ਦੀ ਆ ਨਾ, ਕੁਰਬਾਨੀ ਦੀ ਆ, ਉਹ ਅਸੀਂ ਦੇਣ ਨੂੰ ਤਿਆਰ ਹਾਂ। ਫਿਰ ਇਸ ਕਰਕੇ ਸਾਨੂੰ ਠੋਸ ਪ੍ਰੋਗਰਾਮ ਦੇਖੋ ਦੇਣਾ ਚਾਹੀਦਾ। ਬਾਰ-ਬਾਰ ਪ੍ਰੋਗਰਾਮ ਬਦਲਣੇ ਜਾਂ ਪ੍ਰੋਗਰਾਮ ਦੇ ਕੇ ਪਿੱਛੇ ਹਟਣਾ, ਇਹ ਲੋਕਾਂ ਦੇ ਵਿੱਚ ਕਿਤੇ ਨਾ ਕਿਤੇ ਨਾ ਜਿਹੜੀ ਗੱਲ ਆ ਘਰ ਕਰ ਗਈ ਆ ਵੀ ਇਹ ਆਪਣੇ ਬਚਨ ਤੋਂ ਭੱਜਦੇ ਨੇ।
ਫਿਰ ਇੱਥੇ ਆ ਕੋਈ ਹੋਰ ਕੁਝ ਬਦਲ ਦਿੰਦੇ ਨੇ। ਇੱਕ ਸਟੈਂਡ ਲੈ ਲਓ, ਲੋਕਾਂ ਦੀ ਰਾਏ ਵੀ ਜਾਣਨੀ ਚਾਹੀਦੀ। ਜੇ ਮੈਂ ਹੁਣ ਸੰਗਤ ਨੇ ਮੈਨੂੰ ਪਾਵਰ ਦਿੱਤੀ, ਮੰਨ ਲਓ ਵੀ ਸੰਗਤ ਨੇ ਮੈਨੂੰ ਪਾਵਰ ਦਿੱਤੀ ਆ ਤੇ ਮੈਂ ਆਪਦੀ ਮਰਜ਼ੀ ਦੇ ਲੋਕਾਂ ਦੇ ਉੱਤੇ ਫੈਸਲੇ ਥੋਪਾਂ, ਕਿੰਨਾ ਕੁ ਸਿਰ ਸਹੀ। ਸਾਨੂੰ ਉਹਨਾਂ ਦੀ ਵੀ, ਜਿਨ੍ਹਾਂ ਨੇ ਸਾਨੂੰ ਪਾਵਰ ਦਿੱਤੀ ਉਹਨਾਂ ਦੀ ਰਾਏ ਵੀ ਜਾਣਨੀ ਚਾਹੀਦੀ ਵੀ ਤੁਹਾਡੀ ਕੀ ਰਾਏ ਆ। ਤੁਹਾਡੀ ਕੀ ਰਾਏ? ਬਿਲਕੁਲ। ਹੁਣ ਆਪਾਂ ਜਦੋਂ ਇੰਨਾ ਸਾਲ ਦੇ ਵਿੱਚ ਅਸੀਂ ਕੁਝ ਨਹੀਂ ਹੋਇਆ ਸਾਡੇ, ਦੇਖੋ ਇਹਦੇ ਨਾਲ ਅੰਦੋਲਨ ਨਾਲ ਬਹੁਤ ਫਾਇਦੇ ਵੀ ਬਹੁਤ ਹੋਏ ਨੇ, ਪਰ ਸਰਕਾਰ ਤਾਂ ਕੋਈ ਨਹੀਂ, ਉਹ ਤਾਂ ਕੁਝ ਕਹਿੰਦੇ ਉਹ ਤਾਂ ਬੈਠੀ ਆ। ਉਹਨਾਂ ਨੂੰ ਲਾਉਣਾ ਵੀ ਹੁਣ ਤੁਸੀਂ ਦੱਸੋ, ਸਾਲ ਹੋ ਗਿਆ ਸਾਨੂੰ ਚਲਾਉਂਦੇ, ਹੁਣ ਸਾਲ ਬਾਅਦ ਸਾਨੂੰ ਹੁਣ ਸੰਗਤ ਰਾਏ ਦੇਵੇ, ਲੋਕ ਦੇਣ ਵੀ ਅਸੀਂ ਕਿਹੜਾ ਫੈਸਲਾ ਲਈਏ। ਬਿਲਕੁਲ। ਜੇ ਉਹ ਕਹਿੰਦੇ ਨੇ ਵੀ ਚਲੋ ਚੱਲਣਾ ਚਾਹੀਦਾ ਫਿਰ। ਬਿਲਕੁਲ। ਇੱਥੇ ਬਾਬਾ ਜੀ ਸਵਾਲ ਇਹ ਵੀ ਖੜਾ ਹੋ ਜਾਂਦਾ ਹੈ, ਸੰਗਤ ਲੋਕ ਚਾਹੁੰਦੇ ਨੇ ਕਿਤੇ ਨਾ ਕਿਤੇ ਅਸੀਂ ਕਹਿ ਦਈਏ ਵੀ ਭਰੋਸਾ ਕਿਸਾਨ ਆਗੂਆਂ ਤੋਂ 26 ਤੋਂ ਬਾਅਦ ਦੇ ਵਿੱਚ ਲੋਕਾਂ ਦਾ ਬਹੁਤਿਆਂ ਦਾ ਟੁੱਟਾ ਹੈ ਤੇ ਬਹੁਤਿਆਂ ਦਾ ਜੁੜਿਆ ਵੀ ਹੋਇਆ। ਦੋਨੇ ਪੱਖ ਅਸੀਂ ਲੈ ਕੇ ਚੱਲਦੇ ਹਾਂ। ਤੇ ਬਾਬਾ ਜੀ ਬੇਨਤੀ ਅਖੀਰ ਤੇ ਇਹ ਹੈ ਵੀ ਹੁਣ ਮੰਨ ਲਓ ਵੀ ਸਾਲ ਇੱਕ ਹੋਰ ਅੰਦੋਲਨ ਚੱਲਦਾ ਹੈ, ਤੁਸੀਂ ਇਸੇ ਤਰ੍ਹਾਂ ਬੈਠੇ ਰਹੋਗੇ ਕਿ ਮੰਗ ਕਰੋਗੇ ਵੀ ਆਪਾਂ ਗਾਂਹ ਜਾ ਕੇ ਲੜੀਏ, ਹਿੱਕਾਂ ਤਾਣੀਏ, ਹਾਂ ਨਾ ਜਾਂ ਨਾ ਦੀ ਗੱਲ ਕਰੀਏ? ਅਸੀਂ ਤਾਂ ਕਹਿੰਦੇ ਆ ਵੀ ਅਸੀਂ ਤਾਂ ਤੁਰਨ ਨੂੰ ਤਿਆਰ ਹਾਂ ਅੱਜ ਵੀ। ਅਸੀਂ ਤਾਂ ਕਹਿੰਦੇ ਪਹਿਲਾਂ ਝੰਡਾ ਸਾਡੇ ਮਾਰ ਖੜ ਜਾਣਾ, ਤਾਂ ਮੂਹਰੇ ਤੁਰਾਂਗੇ, ਮਾਰਨ ਸਾਡੇ ਗੋਲੀ ਮਾਰਨ, ਕਿਤੇ ਤੋਪ ਦਾ ਗੋਲਾ ਸੁੱਟਣਾ ਸੁੱਟ ਦੇਣਾ। ਪਰ ਪ੍ਰੋਗਰਾਮ ਲੋਕਾਂ ਨੂੰ ਦੇਖੋ, ਲੋਕਾਂ ਦਾ ਜਿਹੜਾ ਸਿਸਟਮ ਉਹ ਹਿੱਲਿਆ ਪਿਆ ਵਾ। ਹਾਂ ਬਿਲਕੁਲ ਜੀ, ਉਹ ਤਾਂ ਸੱਚ ਹੈ ਜੀ। ਪਰ ਮੇਰੀ ਬੇਨਤੀ ਇਹੀ ਬਾਬਾ ਜੀ ਵੀ ਸਾਲ ਇੱਕ ਹੋਰ ਗਾਂਹ ਮੋਰਚਾ ਜਾਂਦਾ ਹੈ, ਇਸੇ ਤਰ੍ਹਾਂ ਤੁਸੀਂ ਇਹਨਾਂ ਦੇ ਪਿੱਛੇ ਲੱਗ ਕੇ ਤੁਰੋਗੇ ਜਾਂ ਇਹਨਾਂ ਨਾਲ ਕੋਈ ਸਹਿਮਤੀ ਬਣਾਓਗੇ? ਦੇਖੋ ਵੀ ਅਸੀਂ ਤਾਂ ਕਹਿੰਦੇ ਆ ਸਹਿਮਤੀ ਵਾਰ-ਵਾਰ ਕਹਿ ਰਹੇ ਹਾਂ, ਪਰ ਜਿੰਨਾ ਚਿਰ ਇਹ ਮੋਰਚਾ ਲੱਗਿਆ ਹੋਇਆ ਉਹਨਾਂ ਚਿਰ ਅਸੀਂ ਹਿੱਲਦੇ ਨਹੀਂ ਹੈਗੇ। ਅਸੀਂ ਕਿਸਾਨਾਂ ਦੀ ਢਾਲ ਬਣ ਕੇ, ਵੀਰਾਂ ਦੀ, ਬੀਬੀਆਂ ਦੀ ਢਾਲ ਬਣ ਕੇ, ਜਿਹੜੇ ਇੱਥੇ ਅੰਦੋਲਨ ਵਿੱਚ ਉਹਨਾਂ ਦੀ ਢਾਲ ਬਣੇ ਬੈਠੇ ਆ। ਜਿੰਨਾ ਚਿਰ ਚੱਲਦਾ ਮੋਰਚਾ, ਇਹ ਪਰਮੇਸ਼ਰ ਨੂੰ ਪਤਾ ਕਿੰਨਾ ਚਿਰ ਚੱਲਣਾ। ਜਿੱਤ ਕੇ ਜਾਵਾਂਗੇ ਬਸ। ਇਹ ਤਾਂ ਸਾਡਾ ਤਾਂ ਇਹ ਵੀ ਅਸੀਂ ਬੈਠੇ ਰਹਾਂਗੇ, ਇੱਥੇ ਨਹੀਂ ਹਿੱਲਦੇ। ਅਸੀਂ ਜਿੱਤ ਕੇ ਫਿਰ ਅਸੀਂ ਘਰਾਂ ਨੂੰ ਜਾਵਾਂਗੇ, ਇਹ ਤੋਂ ਪਹਿਲਾਂ ਨਹੀਂ ਹਿੱਲਦੇ ਜਿੰਨਾ ਚਿਰ ਮੋਰਚਾ ਮਰਜ਼ੀ ਚੱਲੇ। ਪਰ ਜਿਹੜਾ ਤੁਹਾਨੂੰ ਦੱਸਤਾ ਪ੍ਰੋਗਰਾਮ, ਦੇਖੋ ਬਾਕੀ ਸੰਗਤ ਫੈਸਲਾ ਸੰਗਤ ਨੇ ਦੇਣਾ, ਆਵਾਜ਼ ਸੰਗਤ ਨੇ ਉਠਾਉਣੀ ਆ। ਕੱਲਾ ਜਿਹੜਾ ਜਥੇਦਾਰ ਜਮਾਤ ਦੇ ਨਾਲ ਹੀ ਕਰਾਮਾਤ ਆ ਨਾ। ਬਿਲਕੁਲ। ਜਥੇਦਾਰ ਕੱਲਾ ਕੀ ਕਰੂ ਜੇ ਨਾਲ ਫੌਜ ਨਾ ਹੋਈ? ਬਿਲਕੁਲ ਠੀਕ ਹੈ ਨਾ। ਤੇ ਫੌਜ ਨੂੰ ਇੱਕ ਕਮਾਂਡਰ ਚਾਹੀਦਾ। ਜੇ ਕਮਾਂਡਰ ਹੀ ਅੱਜ ਦਾ ਨਾ ਹੋਇਆ, ਉਹ ਕਹਿੰਦੇ ਵੀ ਫਿਰ ਵੀ ਫੌਜ ਹਾਰ ਜਾਂਦੀ ਆ। ਬਿਲਕੁਲ, ਫੌਜਾਂ ਫਿਰ ਪਿੱਛੇ ਮੁੜ ਜਾਂਦੀਆਂ। ਜੇ ਕਮਾਂਡਰ ਮਾੜਾ ਮਿਲ ਗਿਆ ਨਾ ਫੌਜ ਨੂੰ, ਉਹ ਤਾਂ ਵੀ ਫੌਜ ਹਾਰ ਗਈ। ਬਿਲਕੁਲ। ਜੇ ਕਮਾਂਡਰ ਨੇ ਫੌਜ ਦੀ ਗੱਲ ਨਾ ਮੰਨੀ, ਕਮਾਂਡਰ ਇਕੱਲਾ ਹੀ ਉਹਨਾਂ ਤੇ ਤਾਂ ਵੀ ਉਹ ਗਲਤ ਆ ਨਾ, ਉਹਨਾਂ ਨੂੰ ਦਬਾਉਣਾ। ਬਿਲਕੁਲ ਬਿਲਕੁਲ। ਫੌਜ ਨੇ ਕੰਮ ਕਰਨਾ ਆਪਦਾ। ਫੌਜ ਚਾਹੁੰਦੀ ਆ, ਜਿਹੜੀ ਫੌਜ ਹੁੰਦੀ ਆ ਉਹ ਇਹੀ ਚਾਹੁੰਦੀ ਵੀ ਅਸੀਂ ਜਿੱਤੀਏ। ਬਿਲਕੁਲ। ਸਾਡੇ ਨਮੋਚੀ ਨਾ ਪਵੇ, ਸਾਨੂੰ ਜਿੱਤ ਮਿਲੇ। ਮਰ ਜਾਂਦੀ ਆ ਫੌਜ, ਉਹ ਜਿੱਤ ਚਾਹੁੰਦੀ ਆ। ਬਿਲਕੁਲ ਬਾਬਾ ਜੀ, ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦ। ਤੁਸੀਂ ਸਾਡੇ ਚੈਨਲ ਤੇ ਆ ਕੇ ਬਹੁਤ ਵਧੀਆ ਪੱਖ ਰੱਖਿਆ। ਦਰਸ਼ਕੋ, ਤੁਸੀਂ ਸਾਰਾ ਕੁਝ ਸੁਣ ਚੁੱਕੇ ਹੋ। ਬਾਬਾ ਰਾਜਾ ਰਾਜ ਸਿੰਘ ਨੇ ਕਿਸ ਤਰੀਕੇ ਦੇ ਨਾਲ ਜਜ਼ਬੇ ਭਰੇ ਤੇ ਜੋਸ਼ ਭਰੇ ਜਿਹੜੇ ਬੋਲੇ ਆ ਉਹ ਛੱਡਿਆ, ਇਸ ਕਰਕੇ ਵੀ ਅਸੀਂ ਕਿਸਾਨੀ ਅੰਦੋਲਨ ਕਿੰਨਾ ਕੁ ਚਿਰ ਇੱਥੇ ਸਹਿਜਮਤੇ ਨਾਲ ਬੈਠ ਕੇ, ਕਿੰਨਾ ਕੁ ਚਿਰ ਅਸੀਂ ਬੈਠੇ ਰਹਾਂਗੇ, ਕਦੋਂ ਅਸੀਂ ਜਿੱਤ ਪ੍ਰਾਪਤ ਕਰਾਂਗੇ। ਕਹਿੰਦੇ ਵੀ ਜਿੰਨਾ ਚਿਰ ਅਸੀਂ ਹੱਲਾ ਨਹੀਂ ਬੋਲਦੇ, ਜਿੰਨਾ ਚਿਰ ਅਸੀਂ ਉਪਰਾਲਾ ਕਰਦੇ ਨਹੀਂ ਅਗਾਂਹ ਵਧਣ ਦਾ ਹੱਕ ਲੈਣ ਵਾਸਤੇ। ਤੇ ਸਰਕਾਰ ਵੀ ਉੱਥੇ ਆਪਣੇ ਮਹਿਲਾਂ 'ਚ ਬੈਠੀ ਆ ਤੇ ਅਸੀਂ ਵੀ ਇੱਥੇ ਬੈਠੇ ਆਪਣੇ ਘਰ ਬਣਾ ਕੇ ਬੈਠੇ ਰਹਾਂਗੇ। ਸਾਨੂੰ ਇਨਸਾਫ ਇਵੇਂ ਮਿਲਣਾ ਨਹੀਂ। ਪਰ ਅਸੀਂ ਕਿਸਾਨ ਅੰਦੋਲਨ ਦੇ ਨਾਲ ਆ, ਕਿਸਾਨ ਆਗੂਆਂ ਦੀ ਢਾਲ ਬਣ ਕੇ ਉਹਨਾਂ ਦੇ ਪਿੱਛੇ ਖੜੇ ਆ ਤੇ ਅੱਗੇ ਖੜੇ ਆ। ਉਹਨਾਂ ਨੂੰ ਵਿਚਕਾਰ ਖਿਲਾਰਿਆ ਹੋਇਆ। ਜਦੋਂ ਵੀ ਕੋਈ ਉਹਨਾਂ ਤੇ ਚੜ੍ਹ ਕੇ ਆਵੇਗਾ ਤੇ ਸਭ ਤੋਂ ਪਹਿਲਾਂ ਸਾਡੀਆਂ ਕੁਰਬਾਨੀਆਂ ਹੋਣਗੀਆਂ। ਪਰ ਅਸੀਂ ਇੱਕ ਅਪੀਲ ਕਰਦੇ ਹਾਂ ਕਿਸਾਨ ਆਗੂਆਂ ਨੂੰ ਵੀ ਤੁਸੀਂ ਅੱਗੇ ਲੱਗੋ, ਅਸੀਂ ਤੁਹਾਡੇ ਪਿੱਛੇ ਆ ਤੇ ਜਾਂ ਸਾਨੂੰ ਅੱਗੇ ਲਾ ਦਿਓ। ਤੁਸੀਂ ਸਾਡੇ ਪਿਛਲੇ ਪਾਸੇ ਹੋ ਜਾਓ ਤੇ ਪਿਛਲੇ ਤੁਹਾਡੇ ਪਾਸੇ ਵੀ ਸਾਡੇ ਨਿਹੰਗ ਸਿੰਘ ਆਗੂ ਹੋਣਗੇ, ਤੁਹਾਨੂੰ ਕੁਛ ਨਹੀਂ ਹੋਏਗਾ। ਤੇ ਇਸ ਵਾਸਤੇ ਕੋਈ ਨਾ ਕੋਈ ਠੋਸ ਕਦਮ ਪੁੱਟੋ ਤਾਂ ਕਿ ਕਿਸਾਨੀ ਅੰਦੋਲਨ ਜਿੱਤੀਏ, ਅਸੀਂ ਲੋਕਾਂ ਦਾ ਦਿਲ ਜਿੱਤੀਏ। ਤੇ ਕਿਤੇ ਨਾ ਕਿਤੇ ਦਰਸ਼ਕੋ, ਐਸਾ ਅਸੀਂ ਦੇਖ ਰਹੇ ਹਾਂ ਵੀ ਲੋਕ ਵੀ ਚਾਹੁੰਦੇ ਆ ਵੀ ਇਹ ਅੰਦੋਲਨ ਚੁੱਪ ਕਰਕੇ ਬੈਠੇ ਆ, ਕਿੰਨਾ ਕੁ ਚਿਰ ਬੈਠੇ ਰਹਾਂਗੇ। ਐਸੇ ਲੋਕਾਂ ਦਾ ਵੀ ਕਹਿਣਾ ਵੀ ਚੁੱਪ ਕਰਕੇ ਬੈਠੇ ਹੋਏ ਕਿਸਾਨ ਹੁਣ ਗਿਣਤੀ 'ਚ ਰਹਿ ਗਏ ਨੇ। ਬਾਕੀ ਕਿਸਾਨ ਸਾਰੇ ਆਗੂ ਜਿਹੜੇ ਸਨ, ਕਿਸਾਨ ਨੌਜਵਾਨ ਜਿਹੜੇ ਸਨ, ਕਿਸਾਨ ਬਜ਼ੁਰਗ ਜਿਹੜੇ ਸਨ, ਉਹ ਵਾਪਸ ਘਰਾਂ ਨੂੰ ਪਰਤ ਕੇ ਆ ਗਏ ਨੇ। ਉੱਥੇ ਜਿਹੜੇ ਕਿਸਾਨ ਬਹੁਤ ਘੱਟ ਰਹਿ ਚੁੱਕੇ ਆ, ਉੱਥੇ ਉਹ ਕਿਸਾਨ ਨਹੀਂ ਹੈ ਜਿਹੜੇ ਕਿਸਾਨ ਪਹਿਲਾਂ ਜਜ਼ਬਾ ਲੈ ਕੇ ਚੱਲੇ ਸਨ। ਅੱਜ ਅਸੀਂ ਉਹਨਾਂ ਕਿਸਾਨ ਆਗੂਆਂ ਨੂੰ, ਜਥੇਬੰਦੀਆਂ ਦੇ ਆਗੂਆਂ ਨੂੰ ਅਪੀਲ ਕਰਦੇ ਹਾਂ ਤੇ ਬਾਬਾ ਜੀ ਨੇ ਵੀ ਅਪੀਲ ਕੀਤੀ ਆ, ਕੋਈ ਨਾ ਕੋਈ ਠੋਸ ਕਦਮ ਉਹ ਚੁੱਕੋ ਜਿਹੜਾ ਤੁਹਾਨੂੰ ਸੰਗਤ ਕਹਿੰਦੀ ਹੈ। ਜਿਹੜੇ ਚੀਜ਼ਾਂ ਦੀ ਸੰਗਤ ਮੰਗ ਕਰਦੀ ਹੈ ਉਸ ਮੰਗ ਨੂੰ ਪੂਰਾ ਕਰਨ ਦਾ ਯਤਨ ਕਰੋ ਤਾਂ ਕਿ ਖੁਸ਼ੀਆਂ ਨਾਲ ਅੰਦੋਲਨ ਜਿਹੜਾ ਸੰਪੂਰਨ ਹੋਵੇ
ਤੇ ਖੁਸ਼ੀਆਂ ਨਾਲ ਘਰ ਜਾ ਕੇ ਆਪਣਾ ਖੁਸ਼ੀ ਦਾ ਸਮਾਂ ਤੁਸੀਂ ਬਿਤਾਉਣਾ ਕਰੋ। ਬਾਬਾ ਰਾਜਾ ਰਾਜ ਸਿੰਘ ਦੇ ਬਚਨ ਤੁਹਾਨੂੰ ਕਿਵੇਂ ਦੇ ਲੱਗੇ ਤੇ ਉਹਨਾਂ ਦੀ ਰਾਏ ਤੇ ਤੁਹਾਡੀ ਰਾਏ ਕੀ ਹੈ, ਆਪੋ ਆਪਣੀ ਰਾਏ ਇਸ ਵੀਡੀਓ ਥੱਲੇ ਜ਼ਰੂਰ ਮੈਂਸ਼ਨ ਕਰਿਆ ਜੇ, ਤਾਂ ਕਿ ਤੁਹਾਡੇ ਵਿਚਾਰਾਂ ਦੇ ਉੱਪਰ ਵੀ ਅਸੀਂ ਦੁਬਾਰਾ ਤੋਂ ਫਿਰ ਚਰਚਾ ਕਰ ਸਕੀਏ। ਸਮੇਂ ਦੀਆਂ ਘੜੀਆਂ ਸਾਨੂੰ ਰੋਕਦੀਆਂ, ਫਤਿਹ ਦੀ ਸਾਂਝ ਪਾਉਣੇ ਆ ਬਾਬਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।